ਜਿਹੜਾ ਸਾਡਾ ਇੱਕ ਮਾਡਲ ਹੋਣਾ ਚਾਹੀਦਾ ਸੀਗਾ, ਜਿਹੜਾ ਸਾਡਾ ਮਾਡਲ ਮਨੁੱਖ ਪੱਖੀ, ਹਿਊਮਨ ਸੈਂਟਰਿਕ, ਨੇਚਰ ਸੈਂਟਰਿਕ, ਪੀਪਲ ਸੈਂਟਰਿਕ ਤੇ ਦੁਨੀਆ ਸੈਂਟਰਿਕ ਹੋਣਾ ਚਾਹੀਦਾ ਸੀਗਾ, ਸਮਾਜ ਸੈਂਟਰਿਕ ਹੋਣਾ ਚਾਹੀਦਾ ਸੀਗਾ, ਉਹ ਸਮਾਜ ਸੈਂਟਰਿਕ ਨਾ ਹੋ ਕੇ ਮੁਨਾਫਾ ਸੈਂਟਰਿਕ ਹੋ ਗਿਆ ਜੀ। ਮਨੁੱਖ ਮਾਈਨਸ ਹੋ ਗਿਆ, ਮੁਨਾਫਾ ਵੱਡਾ ਹੋ ਗਿਆ। ਕੁਦਰਤ ਮਾਈਨਸ ਹੋ ਗਈ, ਮੁਨਾਫਾ ਵੱਡਾ ਹੋ ਗਿਆ। ਜਿਹੜਾ ਵਿਕਾਸ ਦਾ ਇਹ ਮਾਡਲ ਆ, ਇਹ ਵਿਕਾਸ ਦੇ ਮਾਡਲ ਨੇ ਸਾਡਾ ਪੱਠਾ ਬਿਠਾਇਆ, ਜਿਹਨੂੰ ਅਸੀਂ ਵਿਕਾਸ ਕਹਿੰਦੇ ਆ, ਉਹ ਵਿਨਾਸ਼ ਆ। ਸਰਕਾਰਾਂ ਨੂੰ ਇੱਕ ਵੱਡੀ ਲਾਰਜਰ ਅਪਰੋਚ ਆ, ਜਿਹੜੀ ਲਾਰਜਰ ਅਪਰੋਚ ਦਰਖਤ ਲਾਉਣ ਦੀ, ਲਾਰਜਰ ਅਪਰੋਚ ਜੰਗਲ ਪੈਦਾ ਕਰਨ ਦੀ। ਬੇਸਿਕਲੀ ਛੋਟੇ ਛੋਟੇ ਜੰਗਲ ਸਾਨੂੰ ਪੰਜਾਬ 'ਚ ਪੈਦਾ ਕਰਨੇ ਚਾਹੀਦੇ ਨੇ। ਜਦੋਂ ਬੰਦਾ ਬੰਦਾ ਹੀ ਨਾ ਰਿਹਾ, ਜਦੋਂ ਸਮਾਜ ਸਮਾਜ ਹੀ ਨਾ ਰਿਹਾ, ਤੇ ਜਦੋਂ ਬੰਦੇ ਦਾ ਰਿਸ਼ਤਾ ਕੁਦਰਤ ਨਾਲ ਉਵੇਂ ਦਾ ਨਾ ਰਿਹਾ, ਤਾਂ ਅਸੀਂ ਦੁਨੀਆ ਤੇ ਹੋਵਾਂਗੇ ਕੀ ਫਰਕ ਪੈਂਦਾ? ਕੀ ਤੁਹਾਨੂੰ ਲੱਗਦਾ ਕਿ ਇਹਦੇ ਪਿੱਛੇ ਸਰਕਾਰਾਂ ਦੀ ਪਾਲਿਸੀ ਹੈ ਕੋਈ? ਤੁਸੀਂ ਕਹਿੰਦੇ ਸਿਵਲਾਈਜ਼ਡ ਸੋਸਾਇਟੀ, ਵੱਡਾ ਸ਼ਬਦ ਹੈਗਾ, ਸੱਭਿਅਕ ਸਮਾਜ। ਅਸੀਂ ਸਿਵਲਾਈਜ਼ਡ ਸੋਸਾਇਟੀ ਹਾਂ। ਸਿਵਲਾਈਜ਼ਡ ਸੋਸਾਇਟੀ ਦੇ ਅੰਦਰ ਕਿਸੇ ਬੰਦੇ ਦਾ ਬਿਨਾਂ ਇਲਾਜ ਤੋਂ ਮਰਨਾ ਸ਼ਰਮਨਾਕ ਗੱਲ ਹੈ। ਸੰਯੁਕਤ ਰਾਸ਼ਟਰ ਦੀ ਰਿਪੋਰਟ ਦੇ ਵਿੱਚ ਕਿਹਾ ਗਿਆ ਸੀ ਕਿ ਜਿਹੜੇ ਭਾਰਤ ਦੇ ਲੋਕ ਨੇ ਘੱਟ ਖੁਸ਼ ਰਹਿੰਦੇ ਨੇ। ਬੰਦਾ ਹਰ ਥਾਂ ਦੇ ਉੱਤੇ ਜਿੱਥੇ ਉਹ ਜਾ ਰਿਹਾ ਹੈਗਾ, ਆਪਣੀ ਖੁਸ਼ੀ ਲੱਭਣ ਜਾ ਰਿਹਾ ਹੈਗਾ, ਆਪਣੀ ਖੁਸ਼ੀ ਲੱਭਦਾ ਕਿ ਕਿੱਥੇ ਸਹਿਜ ਰਹਿ ਕੇ ਮੈਂ ਖੁਸ਼ ਕਿੱਥੇ ਰਹੂੰਗਾ। ਗ੍ਰੋਸ ਡੋਮੈਸਟਿਕ ਪ੍ਰੋਡਕਸ਼ਨ ਨਹੀਂ ਚਾਹੀਦੀ। ਕੁੱਲ ਘਰੇਲੂ ਉਤਪਾਦਨ ਇੱਕ ਟਰਮ ਹੈ ਇਕਨੋਮਿਕਸ ਦੀ, ਗ੍ਰੋਸ ਡੋਮੈਸਟਿਕ ਪ੍ਰੋਡਕਸ਼ਨ। ਕੁੱਲ ਘਰੇਲੂ ਉਤਪਾਦਨ ਨਹੀਂ ਚਾਹੀਦਾ, ਕੁੱਲ ਘਰੇਲੂ ਖੁਸ਼ੀ ਚਾਹੀਦੀ ਹੈ। ਘਰੇਲੂ ਦਾ ਮਤਲਬ ਸਾਡਾ ਸਾਰਾ ਦੇਸ਼, ਸਾਡਾ ਸਾਰਾ ਸਮਾਜ। ਗ੍ਰੋਸ ਡੋਮੈਸਟਿਕ ਹੈਪੀਨੈਸ ਆ, ਟੋਟੈਲਿਟੀ 'ਚ ਖੁਸ਼ੀ ਬੰਦੇ ਕੋਲ ਉਦੋਂ ਆਏਗੀ ਜਦੋਂ ਉਹ ਸਹਿਜ ਹੋਏਗਾ। ਮਹਾਮਾਰੀਆਂ ਪੈਦਾ ਨਾ ਹੋਣ, ਇਹਦੇ ਲਈ ਸਾਨੂੰ ਨੇਚਰ ਦੇ ਨਾਲ, ਕੁਦਰਤ ਦੇ ਨਾਲ ਇੱਕਮਿਕ ਹੋਣਾ ਪਊਗਾ, ਸਮਾਜ ਨਾਲ ਇੱਕਮਿਕ ਹੋਣਾ ਪਊਗਾ। ਕੀ ਲੱਗਦਾ ਕਿ ਸਰਕਾਰਾਂ ਹੁਣ ਇਸ ਦੌਰ ਦੇ ਵਿੱਚੋਂ ਗੁਜ਼ਰ ਕੇ ਉਹਨਾਂ ਦੇ ਵਿਕਾਸ ਦਾ ਮਾਡਲ ਚੇਂਜ ਹੋ ਜਾਏਗਾ? ਜਿਵੇਂ ਹੁਣ ਜਦੋਂ ਲਾਕਡਾਊਨ ਲੱਗਿਆ ਸੀ, ਗੱਲ ਕਹਿ ਨਹੀਂ ਸੀ ਪੂਰਾ ਆਸਮਾਨ ਕਿੰਨਾ ਸਾਫ਼ ਹੋ ਗਿਆ ਸੀ ਸਾਡਾ। ਉਹ ਤਬਾਹੀ ਕਿਹਨੇ ਮਚਾਈ ਹੋਈ ਹੈ? ਅਸੀਂ ਮਚਾਈ ਹੈ। ਉਹ ਮੈਂ ਵੀ ਕਹਿੰਦਾ, ਉਹ ਕੁਦਰਤ ਦਾ ਕਹਿਰ ਥੋੜੀ ਜਿਹਾ ਮਨੁੱਖ ਦਾ ਕਹਿਰ ਆ। ਉਹ ਤਬਾਹੀ ਜਿਹੜੀ ਮਚਾਈ ਹੈ ਅਸੀਂ, ਉਹ ਤਬਾਹੀ ਤੋਂ ਜੇ ਬਚਣਾ ਤਾਂ ਸਾਨੂੰ ਸਾਰਿਆਂ ਨੂੰ, ਇਹ ਸਰਕਾਰਾਂ ਨੂੰ ਵੀ, ਜਿੱਥੇ ਰੀਥਿੰਕ ਹੋ ਰਿਹਾ, ਇਹਨੂੰ ਸੌਖਾ ਨਹੀਂ ਹੈਗਾ ਇਹ। ਹਰ ਗੱਲ ਦੇ ਪਿੱਛੇ ਰਾਜਨੀਤੀ ਹੁੰਦੀ ਹੈ ਤੇ ਹਰ ਗੱਲ ਦੇ ਹੀ ਰਾਜਨੀਤਿਕ ਮਾਇਨੇ ਵੀ ਕੱਢੇ ਜਾਂਦੇ ਨੇ। ਕੀ ਕਰੋਨਾ ਦੇ ਪਿੱਛੇ ਵੀ ਕੋਈ ਰਾਜਨੀਤੀ ਹੈ? ਇਸੇ ਮੁੱਦੇ ਤੇ ਹੀ ਅੱਜ ਅਸੀਂ ਗੱਲਬਾਤ ਕਰਾਂਗੇ ਸਾਡੇ ਖਾਸ ਪ੍ਰੋਗਰਾਮ ਰਾਜਨੀਤੀ ਡੀਕੋਡ ਦੇ ਵਿੱਚ, ਤੇ ਇਸ ਦੇ ਉੱਤੇ ਗੱਲਬਾਤ ਕਰਨਗੇ ਸਾਡੇ ਨਾਲ ਪ੍ਰੋ ਪੰਜਾਬ ਟੀਵੀ ਦੇ ਸੰਪਾਦਕ ਯਾਦਵਿੰਦਰ ਸਿੰਘ ਜੀ। ਯਾਦਵਿੰਦਰ, ਕਿ ਜਿਵੇਂ ਕਰੋਨਾ ਵਾਇਰਸ ਜਿਹੜਾ ਹੈ ਲਗਾਤਾਰ ਫੈਲ ਰਿਹਾ ਹੈ, ਪਿਛਲੇ 1.5 ਸਾਲ ਤੋਂ ਕਰੀਬ ਜਿਹੜਾ ਸਮਾਂ ਬੀਤ ਚੁੱਕਿਆ ਤੇ ਕਰੋਨਾ ਵਾਇਰਸ ਪੂਰੇ ਵਿਸ਼ਵ ਦੇ ਵਿੱਚ ਫੈਲ ਚੁੱਕਿਆ, ਕਿ ਕਰੋਨਾ ਦੇ ਪਿੱਛੇ ਵੀ ਕੋਈ ਰਾਜਨੀਤੀ ਹੋ ਰਹੀ ਹੈ? ਦੇਖੋ, ਸਭ ਤੋਂ ਵੱਡੀ ਗੱਲ ਇਹ ਹੈ ਕਿ ਰਾਜਨੀਤੀ ਦਾ ਮਤਲਬ ਕੀ ਹੈਗਾ। ਮਤਲਬ ਇਹ ਹੈਗਾ ਕਿ ਜਿਸ ਤਰੀਕੇ ਦੇ ਨਾਲ ਪਿਛਲੇ ਦੌਰ ਦੇ ਅੰਦਰ ਬੰਦਾ ਬੰਦਾ ਨਹੀਂ ਰਿਹਾ, ਜਾਂ ਕਹੀਏ ਸਿਸਟਮ ਨੇ ਬੰਦੇ ਨੂੰ ਬੰਦਾ ਨਹੀਂ ਰਹਿਣ ਦਿੱਤਾ। ਇੱਕ ਗੱਲ ਕਿਹਾ ਜਾਂਦਾ ਕਿ ਪੂੰਜੀਵਾਦ ਮਹਾਮਾਰੀ ਹੈ ਤੇ ਕਰੋਨਾ ਵਾਇਰਸ ਆ ਜੀ, ਯਾਨੀ ਮਹਾਮਾਰੀ ਦੇ ਵਿੱਚ ਇੱਕ ਵਾਇਰਸ ਆ। ਹੁਣ ਸਵਾਲ ਇਹ ਕਿ ਜਿਹੜੇ ਦੌਰ ਦੇ ਅੰਦਰ ਬੰਦਾ ਕਹਿੰਦਾ ਕਿ ਕੁਦਰਤ ਦੀ ਤਬਾਹੀ, ਸੁਨਾਮੀਆਂ ਆ ਜਾਂਦੀਆਂ ਨੇ, ਤੂਫਾਨ ਆ ਜਾਂਦੇ ਨੇ, ਸਾਡਾ ਹੋਰ ਬਹੁਤ ਸਾਰਾ ਕੁਝ ਹੁੰਦਾ ਰਹਿੰਦਾ, ਹੜ੍ਹ ਆ ਜਾਂਦੇ ਨੇ, ਪਰ ਕੀ ਇਹ ਕੁਦਰਤ ਦੀ ਤਬਾਹੀ ਹੈ ਜਾਂ ਮਨੁੱਖ ਦੀ ਤਬਾਹੀ ਹੈ? ਹੁਣ ਕਰੋਨਾ ਦੇ ਉੱਤੇ ਜਦੋਂ ਅਸੀਂ, ਕਰੋਨਾ ਦੇ ਬਹੁਤ ਸਾਰੇ ਪਰਸਪੈਕਟਿਵ ਨੇ, ਉਹਦਾ ਰਾਜਨੀਤਿਕ ਪਰਸਪੈਕਟਿਵ ਵੀ ਹੋਊ, ਆਰਥਿਕ ਵੀ ਹੋਊ, ਸਮਾਜਿਕ ਵੀ ਹੈ, ਵੱਖ-ਵੱਖ ਪ੍ਰਭਾਵ ਪੈ ਰਹੇ ਨੇ ਉਹਦੇ, ਵੱਖ-ਵੱਖ ਉਹਦੇ ਪਿੱਛੇ ਫਰਮਾਂ ਦੀਆਂ ਕੰਪਨੀਆਂ ਆਪਣੀਆਂ ਦਵਾਈਆਂ ਵੇਚ ਰਹੀਆਂ ਨੇ। ਜਦੋਂ ਆ ਗਿਆ ਇੱਕ ਵਾਇਰਸ ਆ ਗਿਆ, ਜਦੋਂ ਮਹਾਮਾਰੀ ਦਾ ਰੂਪ ਲੈ ਗਿਆ ਉਹ। ਪਰ ਸਵਾਲ ਇਹ ਹੈ ਕਿ ਕਰੋਨਾ ਵਰਗੀਆਂ ਮਹਾਮਾਰੀਆਂ ਦੁਨੀਆ ਤੇ ਕਿਉਂ ਪੈਦਾ ਹੋ ਰਹੀਆਂ ਨੇ ਜੀ? ਕਿਉਂ? ਜਿਹੜਾ ਸਾਡਾ ਇੱਕ ਮਾਡਲ ਹੋਣਾ ਚਾਹੀਦਾ ਸੀਗਾ, ਜਿਹੜਾ ਸਾਡਾ ਮਾਡਲ ਮਨੁੱਖ ਪੱਖੀ, ਹਿਊਮਨ ਸੈਂਟਰਿਕ, ਨੇਚਰ ਸੈਂਟਰਿਕ, ਪੀਪਲ ਸੈਂਟਰਿਕ ਤੇ ਦੁਨੀਆ ਸੈਂਟਰਿਕ ਹੋਣਾ ਚਾਹੀਦਾ ਸੀਗਾ, ਸਮਾਜ ਸੈਂਟਰਿਕ ਹੋਣਾ ਚਾਹੀਦਾ ਸੀਗਾ, ਉਹ ਸਮਾਜ ਸੈਂਟਰਿਕ ਨਾ ਹੋ ਕੇ ਮੁਨਾਫਾ ਸੈਂਟਰਿਕ ਹੋ ਗਿਆ। ਯਾਨੀ ਉਹ ਮੁਨਾਫੇ ਨੂੰ ਹੀ ਮੁੱਖ ਮੰਨਣ ਲੱਗ ਗਿਆ। ਮਨੁੱਖ ਮਾਈਨਸ ਹੋ ਗਿਆ, ਮੁਨਾਫਾ ਵੱਡਾ ਹੋ ਗਿਆ। ਕੁਦਰਤ ਮਾਈਨਸ ਹੋ ਗਈ, ਮੁਨਾਫਾ ਵੱਡਾ ਹੋ ਗਿਆ। ਹੁਣ ਅਸੀਂ ਵਿਕਾਸ ਦੇ ਮਾਡਲ ਦੀ ਗੱਲ ਕਰਦੇ ਹਾਂ ਜੀ, ਸਾਡੇ ਕੋਲੇ ਸੜਕਾਂ ਨੇ ਜੀ, ਸਾਡੇ ਕੋਲ ਏਡੀਆਂ ਬਿਲਡਿੰਗਾਂ ਨੇ, ਸਾਡੇ ਕੋਲੇ ਹੋਰ ਬਹੁਤ ਕੁਛ ਆ। ਸਵਾਲ ਇਹ ਆ ਕਿ ਜਦੋਂ ਇਸ ਤਰ੍ਹਾਂ ਦੀਆਂ ਚੀਜ਼ਾਂ ਵਾਪਰ ਰਹੀਆਂ ਨੇ, ਕਿਉਂ ਵਾਪਰ ਰਹੀਆਂ ਨੇ? ਕਿਉਂਕਿ ਬੰਦੇ ਨੇ ਆਪਣੇ ਆਪ ਨੂੰ ਨੇਚਰ ਤੋਂ ਤੋੜ ਲਿਆ, ਬੰਦੇ ਨੇ ਆਪਣੇ ਆਪ ਨੂੰ ਕੁਦਰਤ ਤੋਂ ਦੂਰ ਕਰ ਲਿਆ। ਸਾਡਾ ਹਜ਼ਾਰਾਂ ਸਦੀਆਂ ਦਾ ਇਤਿਹਾਸ ਕੁਦਰਤ ਦੇ ਨਾਲ ਇੱਕਮਿਕ ਆਗਾ। ਸਾਡਾ ਬਹੁਤਾ ਸਮਾਂ ਜੰਗਲ 'ਚ ਬੀਤਿਆ। ਮੈਂ ਇਹ ਨਹੀਂ ਕਹਿ ਰਿਹਾਗਾ ਕਿ ਅਸੀਂ ਹੁਣ ਜੰਗਲ ਚਲੇ ਜਾਵਾਂਗੇ, ਨਹੀਂ ਜਾ ਸਕਦੇ, ਮਾਡਰਨ ਲਾਈਫ ਆ, ਆਧੁਨਿਕ ਆ ਅਸੀਂ, ਪਰ ਸਾਡਾ ਰਿਸ਼ਤਾ ਕੀ ਹੋਵੇ?
ਜਿਵੇਂ ਇੱਕ ਸਟੱਡੀ ਹੈ ਦੁਨੀਆ ਦੀ ਕਿ ਇੱਕ ਬੰਦੇ ਨੂੰ ਜਿਹੜੀ ਕੰਸਟਰਕਸ਼ਨ ਆ ਉਹ ਸਟ੍ਰੈਸ ਪੈਦਾ ਕਰਦੀ ਹੈ। ਬਹੁਤੀਆਂ ਬਿਮਾਰੀਆਂ ਸਟ੍ਰੈਸ 'ਚੋਂ ਪੈਦਾ ਹੁੰਦੀਆਂ ਨੇ, ਬਹੁਤੀਆਂ ਬਿਮਾਰੀਆਂ ਮਾਨਸਿਕ ਤੌਰ ਦੇ ਉੱਤੇ ਬੰਦਾ ਕਮਜ਼ੋਰ ਹੁੰਦਾ ਹੈਗਾ। ਤੇ ਜਿਹੜੇ ਇਹ ਵਾਇਰਸ ਦੁਨੀਆ ਦੇ ਉੱਤੇ ਆਉਂਦੇ ਨੇ, ਇਹਨਾਂ ਦਾ ਵੀ ਅਸਰ ਇਹੀ ਹੈਗਾ ਕਿ ਨੇਚਰ ਨੂੰ ਇਹਨਾਂ ਬਰਬਾਦ ਕਰਤਾ। ਕੁਦਰਤ ਦੀ ਜਿਹੜੀ ਇਨਵਿਜ਼ੂਅਲ ਫੈਨੋਮੇਨੇ ਨੇ, ਜਿਹੜੀ ਇੱਕ ਤਾਂ ਦਿਸਦੀਆਂ ਚੀਜ਼ਾਂ ਨਹੀਂ ਗੀਆਂ ਮਨਪ੍ਰੀਤ, ਇੱਕ ਚੀਜ਼ਾਂ ਨੇ ਜਿਹੜੀਆਂ ਸਾਨੂੰ ਦਿਸਦੀਆਂ ਨਹੀਂ। ਕੁਦਰਤ ਦੇ ਅੰਦਰ ਬਹੁਤ ਇਨਵਿਜ਼ੂਅਲ ਸਪੋਰਟ ਆ। ਅਸੀਂ 24 ਘੰਟੇ ਸਾਹ ਲੈਂਦੇ ਆ, ਕੀ ਆਕਸੀਜਨ ਸਾਨੂੰ ਦਿਖਦੀ ਹੈ? ਇਸ ਕਰਕੇ ਦੁਨੀਆ ਦੇ ਉੱਤੇ ਹੋਰ ਬਹੁਤ ਸਾਰਾ ਕੁਦਰਤ ਦੇ ਅੰਦਰ ਸਾਨੂੰ ਇੱਕ ਸਪੋਰਟ ਸਿਸਟਮ ਆ, ਇਕੋ ਸਪੋਰਟ ਸਿਸਟਮ ਆ। ਇੱਕ ਕੁਦਰਤ ਦਾ, ਨੇਚਰ ਦਾ ਇੱਕ ਸਪੋਰਟ ਸਿਸਟਮ ਆ ਜਿਹੜਾ ਲਗਾਤਾਰ ਸਾਡੀ ਬਾਡੀ ਨੂੰ, ਸਾਡੇ ਸਮਾਜ ਨੂੰ ਅੱਗੇ ਲੈ ਕੇ ਜਾ ਰਿਹਾ ਹੈਗਾ। ਤਾਂ ਜਿਹੜੀਆਂ ਉਹ ਚੀਜ਼ਾਂ ਨੇ, ਉਸੇ ਨੂੰ ਜਦੋਂ ਅਸੀਂ ਕਹਿੰਦੇ ਆਂਗੇ ਕਿ ਪਰ ਤੇ ਆਤਮਾ, ਉਹੀ ਰੂਪ ਆਗਾ ਇੱਕ, ਜਿਹਨੂੰ ਅਸੀਂ ਪਰਮਾਤਮਾ ਕਹਿ ਦਿੰਦੇ ਹਾਂ, ਜਿਹਨੂੰ ਅਸੀਂ ਨੇਚਰ ਕਹਿ ਦਿੰਦੇ ਹਾਂ। ਉਹਨੂੰ ਜਦੋਂ, ਕਿਉਂਕਿ ਤੁਸੀਂ ਇੰਡੀਆ ਦੇ ਅੰਦਰ ਬਾਕੀ ਥਾਵਾਂ ਤੇ ਤਾਂ ਰੱਬ ਦੀ ਪੂਜਾ ਹੋਰ ਤਰ੍ਹਾਂ ਹੁੰਦੀ ਸੀ, ਇਹ ਦੇਖੋਗੇ ਯੂਰਪ ਦੇ ਅੰਦਰ, ਪੱਛਮ ਦੇ ਅੰਦਰ, ਉੱਥੇ ਤੇ ਰੱਬ ਦੀ ਪੂਜਾ ਹੋਰ ਤਰ੍ਹਾਂ ਹੁੰਦੀ ਹੈ। ਸਾਡੇ ਤੇ ਰੱਬ ਲੋਕਾਂ ਨੇ ਪਹਾੜਾਂ ਨੂੰ ਰੱਬ ਮੰਨਿਆ। ਹੁਣ ਵੀ ਤੁਸੀਂ ਆਦੀਵਾਸੀਆਂ ਚਲੇ ਜਾਓ, ਆਪਣੇ ਪਹਾੜ ਨੂੰ ਰੱਬ ਮੰਨਦੇ ਨੇ। ਸਾਡੇ ਖੂਹਾਂ ਨੂੰ ਰੱਬ ਮੰਨਿਆ। ਖਵਾਜੇ ਦੀ ਪੂਜਾ ਕਿਉਂ ਹੁੰਦੀ ਹੈਗੀ? ਕਿਉਂਕਿ ਪਾਣੀ ਉੱਥੋਂ ਆਇਆ, ਪਾਣੀ ਦੀ ਪੂਜਾ ਬੇਸਿਕਲੀ। ਕੁਦਰਤੀ ਸੋਮਿਆਂ ਦੀ ਵੀ ਜਿਹੜੀ ਲੋਕ ਪੂਜਾ ਕਰਦੇ ਨੇ। ਤੇ ਆਪਾਂ ਇਹ ਵੀ ਕਹਿੰਦੇ ਆ ਕਿ ਜਦੋਂ ਆਪਾਂ ਪਹਾੜਾਂ 'ਚ ਘੁੰਮਾਉਂਦੇ ਤਾਂ ਆਪਾਂ ਰੀਫਰੈਸ਼ ਹੋ ਜਾਂਦੇ ਆ, ਮਤਲਬ ਉੱਥੇ ਜਾ ਕੇ ਸਾਨੂੰ ਨਜ਼ਾਰੇ ਵਧੀਆ ਲੱਗਦੇ ਨੇ, ਪਰ ਆਪਾਂ ਨੂੰ ਸੰਭਾਲ ਨਹੀਂ ਰਹੇ। ਨਹੀਂ, ਬਿਲਕੁਲ। ਕਿਉਂ ਰੀਫਰੈਸ਼ ਹੋ ਜਾਂਦੇ? ਕਦੇ ਕਿਸੇ ਨੇ ਸੋਚਿਆ? ਹੁਣ ਉੱਥੇ ਕਿਹੜਾ ਕੋਈ ਆਪਾਂ ਕੋਈ ਮਸ਼ੀਨ ਆਪਣੇ ਨਾਲ ਲਾਉਣੇ ਆਗੇ, ਕਿਉਂਕਿ ਇੱਕ ਸਪੋਰਟ ਸਿਸਟਮ ਆ। ਸਾਨੂੰ ਨੇਚਰ ਜਾ ਕੇ ਸਾਹ ਸੁਰੀ, ਜਿਹੜੀ ਮੈਂ ਸਟੱਡੀ ਦੀ ਗੱਲ ਕਰ ਰਿਹਾ ਸੀਗਾ, ਕੰਸਟਰਕਸ਼ਨ ਨੇ ਬੰਦੇ ਨੂੰ ਸਟ੍ਰੈਸ ਦਿੱਤਾ ਗਾ। ਜਿਹੜੀ ਕੰਸਟਰਕਸ਼ਨ 'ਚ ਅਸੀਂ ਬੈਠੇ ਹਾਂ, ਜਿੱਥੇ ਬੈਠੇ ਆਂਗੇ, ਸਾਰੇ ਕਿਤੇ ਆ। ਹੁਣ ਗੱਲ ਹੈ ਕਿ ਇਹਨੂੰ ਅਸੀਂ ਛੱਡ ਤਾਂ ਸਕਦੇ ਨਹੀਂ ਜਿੱਥੇ ਤੱਕ ਅਸੀਂ ਪਹੁੰਚ ਗਏ, ਪਰ ਕੀ ਅਸੀਂ ਨੇਚਰ ਦੇ ਨਾਲ ਉਹ ਰਿਸ਼ਤਾ ਆਪਣਾ ਬਿਲਡ ਕਰ ਸਕਦੇ ਹਾਂਗੇ? ਇੱਕ ਸਟੱਡੀ ਹੈ ਦੁਨੀਆ ਦੀ ਕਿ ਇੱਕ ਬੰਦੇ ਨੂੰ ਕੰਸਟਰਕਸ਼ਨ 'ਚ ਰੱਖਿਆ ਗਿਆ, ਪਹਿਲਾਂ ਲੰਬਾ ਸਮਾਂ ਕੰਸਟਰਕਸ਼ਨ ਰੱਖਿਆ, ਉਹ ਸਟ੍ਰੈਸਫੁਲ ਹੁੰਦਾ। ਹੁਣ ਸਟ੍ਰੈਸ ਦਾ ਮਤਲਬ ਇਹ ਨਹੀਂ ਹੁੰਦਾ, ਸਾਡੇ ਪਿੰਡਾਂ 'ਚ ਤਾਂ ਇਹ ਆ ਵੀ ਜਦੋਂ ਕੋਈ ਪੱਥਰ ਮਾਰਨ ਲੱਗ ਜੀ ਉਹਦੀ ਪਾਗਲ ਹੁੰਦਾ ਹੈਗਾ, ਉਹਦੀ ਉਹ ਪਾਗਲ ਸ਼ਬਦ ਵੀ ਤਾਂ ਉਹਦੇ ਤੇ ਵੀ ਆਲੋਚਨਾ ਹੁੰਦੀ ਆ ਹੁਣ ਤਾਂ ਮਾਡਰਨ ਦੁਨੀਆ 'ਚ, ਵੀ ਉਹਨੂੰ ਮੰਨਿਆ ਜਾਂਦਾ ਕਿ ਅਬਨੋਰਮਲ ਹੋ ਗਿਆ ਇਹ। ਪਰ ਹਰ ਬੰਦਾ ਸਟ੍ਰੈਸ ਦਾ, ਉਹ ਕਹਿੰਦੇ ਇਨ ਦਿਸ ਨਾਰਮਲ ਵਰਲਡ ਐਵਰੀਵਨ ਇਜ਼ ਅਬਨੋਰਮਲ। ਕਿਉਂ ਕਿਹਾ ਜਾਂਦਾ? ਕਿਉਂਕਿ ਕਿਤੇ ਨਾ ਕਿਤੇ ਕੋਈ ਅਬਨੋਰਮੈਲਿਟੀ ਤੁਹਾਡੀ ਜ਼ਿੰਦਗੀ ਦੇ ਅੰਦਰ ਜਿਹੜਾ ਇਕੋ ਸਪੋਰਟ ਸਿਸਟਮ ਕਰਕੇ ਹੁੰਦੀ ਹੈਗੀ। ਤਾਂ ਹੁਣ ਉਹਨੂੰ ਅਸੀਂ ਬਚਾਉਣਾ ਕਿਵੇਂ ਹੁੰਦਾ? ਇਹ ਸਟੱਡੀ ਹੈ ਕਿ ਇੱਕ ਬੰਦੇ ਨੂੰ ਪਹਿਲਾਂ ਇੱਕ ਘਰ 'ਚ ਰੱਖਿਆ ਗਿਆ, 5 ਸਾਲ ਕੰਸਟਰਕਸ਼ਨ 'ਚ ਰੱਖਿਆ ਗਿਆ, ਇੱਟਾਂ ਪੱਥਰਾਂ 'ਚ, ਉਹ ਉਹਦੇ ਤੇ ਸਟ੍ਰੈਸ ਬਣਾਉਂਦੇ ਨੇਗੇ। ਫਿਰ ਉਹ ਬੰਦੇ ਨੂੰ ਕੱਢ ਕੇ ਡੈਂਸ ਜੰਗਲ 'ਚ ਲਿਆਇਆ ਜਾਂਦਾ, ਉਹਦੇ ਸੁਭਾਅ 'ਚ ਤਬਦੀਲੀਆਂ ਆ ਜਾਂਦੀਆਂ ਨੇ, ਉਹਦੀ ਜ਼ਿੰਦਗੀ 'ਚ ਤਬਦੀਲੀਆਂ ਆ ਜਾਂਦੀਆਂ ਨੇ, ਉਹਦੀ ਜ਼ਿੰਦਗੀ 'ਚ ਉਹ ਗੁੱਸੇ ਹੋਣੋਂ ਹਟ ਜਾਂਦਾ ਗਾ। ਐਂਜ਼ਾਈਟੀ ਜਿਹਨੂੰ ਕਹਿੰਦੇ ਨੇ, ਹੁਣ ਤਾਂ ਨਵੇਂ ਨਾਂ ਆ ਕੇ ਸਾਰਾ ਚੀਜ਼ਾਂ ਨੂੰ ਹੁੰਦਾ। ਤਾਂ ਕੰਸਟਰਕਸ਼ਨ ਕਿਸ ਤਰੀਕੇ ਨਾਲ ਪੂਰਾ ਡਿਵੈਲਪਮੈਂਟ ਦਾ ਮਾਡਲ ਆ ਬੇਸਿਕਲੀ। ਜਿਹੜਾ ਵਿਕਾਸ ਦਾ ਇਹ ਮਾਡਲ ਆ, ਇਹ ਵਿਕਾਸ ਦੇ ਮਾਡਲ ਨੇ ਸਾਡਾ ਭੱਠਾ ਬਿਠਾਇਆ। ਜਿਹਨੂੰ ਅਸੀਂ ਵਿਕਾਸ ਕਹਿੰਦੇ ਆ, ਉਹ ਵਿਨਾਸ਼ ਆ। ਜਿਵੇਂ ਸਰਕਾਰਾਂ ਕਹਿੰਦੀਆਂ ਕਿ ਸੜਕਾਂ ਬਣਾਤੀਆਂ, ਪੁਲ ਬਣਾ ਦਿੱਤੇ, ਮਤਲਬ ਉਵੇਂ ਦਾ ਵਿਕਾਸ ਮਾਡਲ ਤਾਂ ਤਿਆਰ ਕਰ ਲਿਆ ਜਾਂਦਾ। ਜਿਵੇਂ ਹੁਣ ਕੋਈ ਬਿਮਾਰੀ ਆ ਗਈ ਆ, ਵਾਇਰਸ ਨਾਲ ਨਜਿੱਠਣ ਲਈ ਕੋਈ ਜਿਹੜੇ ਪ੍ਰਬੰਧ ਨਹੀਂ ਸੀ, ਪੁਖਤਾ ਪ੍ਰਬੰਧ ਨਹੀਂ ਸੀ ਸਰਕਾਰਾਂ ਦੇ। ਆਕਸੀਜਨ ਦੀ ਘਾਟ ਸਭ ਤੋਂ ਪੁਖਤਾ ਪ੍ਰਬੰਧ ਕੀ ਨੇ? ਮੈਂ ਇਹੀ ਕਹਿ ਰਿਹਾ, ਸਭ ਤੋਂ ਪੁਖਤਾ ਪ੍ਰਬੰਧ ਕੀ ਹੋਊ? ਆਕਸੀਜਨ ਪੈਦਾ ਕਰਕੇ, ਸਿਲੰਡਰ ਕਰਕੇ ਥੋੜੀ ਪੁਖਤਾ ਪ੍ਰਬੰਧ ਹੋਣਗੇ। ਨਾ ਸਿਲੰਡਰਾਂ ਨਾਲ ਪੁਖਤਾ ਪ੍ਰਬੰਧ ਹੋਣੇ ਆ, ਨਾ ਵੈਕਸੀਨ ਨਾਲ ਹੋਣੇ ਆ। ਉਹ ਤਾਂ ਹੁਣ ਹੋ ਗਿਆ, ਉਹ ਤਾਂ ਸਾਨੂੰ ਕਰਨਾ ਪੈਣਾ। ਜੇ ਅਸੀਂ ਉਸ ਤੋਂ ਪਹਿਲਾਂ ਨੇਚਰ ਨੂੰ, ਆਪਦੀ ਨੂੰ, ਸਾਡਾ ਜਿਹੜਾ ਨੇਚਰ ਨਾਲ, ਸਾਡੀਆਂ ਮੋਟਰਾਂ ਦੇ ਉੱਤੇ, ਮੇਰੇ ਯਾਦ ਆ ਜਦੋਂ ਅਸੀਂ ਅੱਜ ਤੋਂ 15 ਸਾਲ ਪਹਿਲਾਂ, ਮੈਂ ਖੁਦ ਖੇਤੀ ਕਰਦਾ ਰਿਹਾਗਾ, ਸਾਡੇ ਖੇਤ ਹੀ 50 ਦਰਖਤ ਹੋਣਗੇ, ਹੁਣ ਉੱਥੇ 20 ਨੇ। ਮਤਲਬ ਰੋਡੀਆਂ ਕਰਤੀਆਂ ਮੋਟਰਾਂ ਦੇ ਉੱਤੇ। ਤੁਸੀਂ ਜਾਂਦੇ ਹੋ ਹੁਣ ਆਪਦੇ ਖੇਤਾਂ 'ਚ ਹੀ ਜਾਂਦੇ ਹੋ, ਜਿੱਥੇ ਇੱਕ ਕਿਸਾਨ ਦਾ ਇੰਨਾ ਪਿਆਰਾ ਰਿਸ਼ਤਾ ਸੀਗਾ। ਛੋਟਾ ਛੋਟਾ ਜੰਗਲ ਆਪਦੇ ਖੇਤ 'ਚ ਹੀ ਬਣਾ ਲੈਂਦਾ ਸੀ। ਯਾਨੀ ਇੱਕ ਥਾਂ ਹੁੰਦੀ ਸੀ ਜਿੱਥੇ 10-12 ਦਰਖਤ ਹੁੰਦੇ ਸੀਗੇ ਮੋਟਰ ਦੇ ਆਲੇ ਦੁਆਲੇ। ਮੋਟਰ ਦੀ ਕੋਠੀ ਦਿਖਦੀ ਨਹੀਂ ਹੁੰਦੀ ਸੀ, ਹੁਣ ਤੇ ਤੁਹਾਨੂੰ ਮੋਟਰ ਦੀਆਂ ਕੋਠੀਆਂ ਆਮ ਦਿਖਦੀਆਂ ਨੇ। ਇਸ ਕਰਕੇ ਜਿਹੜਾ ਨੇਚਰ ਦਾ ਉਹ ਸਪੋਰਟ ਸਿਸਟਮ ਆਗਾ, ਜੇ ਉਹ ਹੋਊਗਾ ਚੰਗਾ, ਜਿਹੜਾ ਮੈਂ ਕਹਿ ਰਿਹਾਗਾ ਕਿ ਬੰਦਾ ਕਿਉਂ ਸਟ੍ਰੈਸ ਦੇ ਅੰਦਰ ਜਾਂਦਾ, ਬੰਦਾ ਕਿਉਂ ਇਹ ਸਾਰੀਆਂ ਚੀਜ਼ਾਂ ਜਾਂਦਾ, ਜੇ ਨੇਚਰ ਦਾ ਸਪੋਰਟ ਸਿਸਟਮ ਹੋਊਗਾ ਤਾਂ ਇਸ ਤਰ੍ਹਾਂ ਦੀਆਂ ਮਹਾਮਾਰੀਆਂ ਦੁਨੀਆ ਤੇ ਨਹੀਂ ਫੈਲਣਗੀਆਂ। ਮੈਂ ਨਹੀਂ ਕਹਿੰਦਾ ਕਿ ਪੈਦਾ ਨਹੀਂ ਹੋ ਸਕਦੀਆਂ, ਪਹਿਲਾਂ ਵੀ ਹੁੰਦੀਆਂ ਰਹੀਆਂ ਨੇ, ਪਰ ਉਹਦੀ ਸੰਭਾਵਨਾ ਬਹੁਤ ਘਟ ਜਾਏਗੀ। ਇਸ ਕਰਕੇ ਸਾਨੂੰ ਇਸ ਗੱਲ ਤੇ ਜ਼ੋਰ ਨਹੀਂ ਦੇਣਾ ਚਾਹੀਦਾ ਕਿ ਕੈਂਸਰ ਦਾ ਇਲਾਜ ਕਰਨ ਲਈ ਹਸਪਤਾਲ ਬਣਾਉਣੇ ਨੇ, ਕਰੋਨਾ ਮਹਾਮਾਰੀ ਨੂੰ ਰੋਕਣ ਦੇ ਲਈ ਵੈਕਸੀਨ, ਉਹ ਠੀਕ ਆ, ਉਹ ਤਾਂ ਮਜਬੂਰੀ ਆ। ਹੁਣ ਸਾਨੂੰ ਇਸ ਗੱਲ ਦੇ ਉੱਤੇ ਕੰਮ ਕਰਨ ਦੀ ਲੋੜ ਆ ਕਿ ਕਰੋਨਾ ਮਹਾਮਾਰੀ ਫੈਲੇ ਕਿਵੇਂ ਨਾ। ਸਾਨੂੰ ਇਸ ਗੱਲ ਦੇ ਉੱਤੇ ਗੱਲ ਕਰਨ ਦੀ ਲੋੜ ਆ ਕਿ ਕੈਂਸਰ ਪੈਦਾ ਹੀ ਨਾ ਹੋਵੇ। ਹੁਣ ਹੋ ਕੀ ਗਿਆ ਕਿ ਜਿਵੇਂ ਕਿਸੇ ਨੇ ਬਹੁਤ ਇੰਟਰਸਟਿੰਗ ਗੱਲ ਕਹੀ, ਕੱਲ੍ਹ ਹੀ ਮੁੰਡਾ ਦੱਸ ਰਿਹਾ ਸੌਫਟਵੇਅਰ ਵਾਲਾ, ਕਹਿੰਦਾ ਜਿਹੜੀਆਂ ਕੰਪਨੀਆਂ, ਜਿਹੜੀਆਂ ਵਾਇਰਸ ਵਾਲੀਆਂ ਕੰਪਨੀਆਂ, ਸਾਡੇ ਕੰਪਿਊਟਰ ਜਿਹੜਾ ਵਾਇਰਸ ਆਉਂਦਾ, ਜਿਹੜਾ ਐਂਟੀਵਾਇਰਸ ਬਣਾਉਂਦੀਆਂ ਉਹੀ ਕੰਪਨੀਆਂ ਬਣਾਉਂਦੀਆਂ ਨੇ।
ਮਤਲਬ ਆਪ ਹੀ ਪੈਦਾ ਕਰਨਾ ਤੇ ਆਪ ਹੀ ਉਹਦੇ ਸੁਝਾਅ ਦੇਣੇ ਵੀ ਕਿੱਦਾਂ ਉਹਦਾ ਹੱਲ ਨਿਕਲ ਸਕਦਾ ਆ। ਜਿਵੇਂ ਤੁਸੀਂ ਗੱਲ ਕੀਤੀ ਕਿ ਦਰਖਤਾਂ ਦੀ, ਤੁਹਾਡੇ ਖੂਹ ਤੇ ਦਰਖਤ ਹੁੰਦੇ ਸੀ 40, ਜੇ ਮਤਲਬ ਕੁਦਰਤ ਦੇ ਨਾਲ ਪਿਆਰ ਹੁੰਦਾ, ਲੋਕਾਂ ਨੇ ਪਹਿਲਾਂ ਹੀ ਦਰਖਤ ਲਗਾਏ ਹੁੰਦੇ, ਤਾਂ ਮੈਨੂੰ ਲੱਗਦਾ ਨਹੀਂ ਕਿ ਅੱਜ ਦੇ ਸਮੇਂ 'ਚ ਆਕਸੀਜਨ ਦੀ ਘਾਟ ਆਉਣੀ ਸੀ। ਉਹੀ ਨਾ ਵੀ ਕੁਦਰਤ ਦੇ ਨਾਲ ਪਿਆਰ ਹੋਣਾ ਚਾਹੀਦਾ ਆ। ਮਨੁੱਖ ਬੇਸ਼ੱਕ ਕੁਦਰਤ ਨੂੰ ਜ਼ਿੰਮੇਵਾਰ ਦੱਸ ਰਿਹਾ ਕਿ ਜੋ ਵੀ ਕੁਝ ਹੋ ਰਿਹਾ, ਭਾਵੇਂ ਆਪਾਂ ਸੁਨਾਮੀ ਦੀ ਗੱਲ ਕਰ ਲਈਏ, ਹੜ੍ਹ ਦੀ ਕਰ ਲਈਏ, ਤੂਫਾਨ ਆਉਂਦੇ ਨੇ, ਇੱਥੇ ਤਾਂ ਕਹਿ ਦਿੰਦਾ ਮਨੁੱਖ ਕਿ ਕੁਦਰਤ ਦੀ ਮਾਰ ਹੈ, ਪਰ ਜਿਹੜੀ ਹੁਣ ਇਹ ਬਿਮਾਰੀ ਹੈ ਇਹਦੇ ਲਈ ਤਾਂ ਮਨੁੱਖ ਖੁਦ ਜ਼ਿੰਮੇਵਾਰ ਹੈ ਨਾ। ਬਿਲਕੁਲ। ਤਾਂ ਉਹ ਜਿਹੜੀ ਚੀਜ਼ ਆ ਗਈ ਕਿ ਐਂਟੀਵਾਇਰਸ, ਤੁਸੀਂ ਮਤਲਬ ਐਂਟੀਵਾਇਰਸ ਉਹ ਕੰਪਨੀਆਂ ਤਿਆਰ ਕਰਦੀਆਂ ਨੇ ਜਿਹੜੀਆਂ ਵਾਇਰਸ ਛੱਡਦੀਆਂ ਨੇ, ਯਾਨੀ ਜੇ ਵਾਇਰਸ ਆਊਗਾ ਤਾਂ ਐਂਟੀਵਾਇਰਸ ਆਊ, ਜੇ ਕੈਂਸਰ ਹੋਊਗਾ ਤਾਂ, ਜੇ ਬਿਮਾਰੀਆਂ ਹੋਣਗੀਆਂ ਤਾਂ ਹਸਪਤਾਲ ਚੱਲਣਗੇ। ਜਿਵੇਂ ਕਹਿੰਦੇ ਸਮਾਜ 'ਚ ਕਤਲੋਗਾਰਤ ਹੋਊਗੀ ਤਾਂ ਵਕੀਲਾਂ ਕੋਲ ਕੇਸ ਜਾਣਗੇ। ਤਾਂ ਜਿਹੜੀ ਇਹ ਗੱਲ ਹੈਗੀ, ਇਸ ਗੱਲ ਨੂੰ ਅਸੀਂ ਇਹ ਨਹੀਂ ਕਹਿੰਦੇ ਕਿ ਸਮਾਜ ਦੇ ਅੰਦਰ ਸਾਡੇ ਗਿਆਨ ਦੇਣ ਦੇ ਨਾਲ ਇੱਕੋ ਟਾਈਮ ਚੀਜ਼ਾਂ ਠੀਕ ਹੋ ਜਾਣਗੀਆਂ, ਪਰ ਸਾਨੂੰ ਸਾਰਿਆਂ ਨੂੰ ਇਸ ਗੱਲ ਦੇ ਉੱਤੇ ਰੀਥਿੰਕ ਕਰਨ ਦੀ ਲੋੜ ਆ। ਜਿਹੜਾ ਸਾਡਾ ਮਾਡਲ ਹੈ, ਜਿਹਦੇ ਅੰਦਰ ਸਾਨੂੰ ਸਾਡੀਆਂ ਸਰਕਾਰਾਂ ਨੂੰ ਇੱਕ ਵੱਡੀ ਲਾਰਜਰ ਅਪਰੋਚ ਆ, ਜਿਹੜੀ ਲਾਰਜਰ ਅਪਰੋਚ ਦਰਖਤ ਲਾਉਣ ਦੀ, ਲਾਰਜਰ ਅਪਰੋਚ ਜੰਗਲ ਪੈਦਾ ਕਰਨ ਦੀ, ਬੇਸਿਕਲੀ ਛੋਟੇ ਛੋਟੇ ਜੰਗਲ ਸਾਨੂੰ ਪੰਜਾਬ 'ਚ ਪੈਦਾ ਕਰਨੇ ਚਾਹੀਦੇ ਨੇ। ਸਾਰੀ ਦੁਨੀਆ 'ਚ ਹੀ ਕਹਾਂਗੇ ਅਸੀਂ ਤਾਂ, ਚਲੋ ਅਸੀਂ ਪੰਜਾਬ ਦੀ ਧਰਤੀ ਤੇ ਰਹਿੰਦੇ ਹਾਂ। ਕਿਸਾਨ ਦਾ ਰਿਸ਼ਤਾ ਜਿਹੜਾ, ਉਹ ਇਕੱਲਾ ਇਹ ਨਾ ਕਹੋ ਤੁਸੀਂ ਕਿ ਵਾਰ-ਵਾਰ ਜਦੋਂ ਇਹ ਆਉਂਦਾ ਜੀ ਨਹੀਂ ਹਰ ਗੱਲ 'ਚ ਮੁਨਾਫਾ ਕਿਸਾਨ ਨਾ ਦੇਖੇ। ਅਸਲ 'ਚ ਬੰਦਾ ਬਾਜ਼ਾਰ ਦਾ ਹੋ ਗਿਆ। ਉਹ ਕਿਹਾ ਜਾਂਦਾ, ਅੱਜ ਕੱਲ੍ਹ ਕਿਹਾ ਜਾਂਦਾ ਕਿ ਤੁਹਾਡੇ ਬੱਚੇ ਤੁਹਾਡੇ ਨਹੀਂ, ਉਹ ਬਾਜ਼ਾਰ ਦੇ ਨੇ। ਕਿਉਂ ਨੇ? ਕਿਉਂਕਿ ਉਹਨਾਂ ਦੀ ਪੂਰੀ ਸਾਈਕੀ ਬਾਜ਼ਾਰ ਤਿਆਰ ਕਰ ਰਿਹਾ। ਤਾਂ ਜਦੋਂ ਬੰਦਾ ਬੰਦਾ ਹੀ ਨਾ ਰਿਹਾ, ਜਦੋਂ ਸਮਾਜ ਸਮਾਜ ਹੀ ਨਾ ਰਿਹਾ, ਤੇ ਜਦੋਂ ਬੰਦੇ ਦਾ ਰਿਸ਼ਤਾ ਕੁਦਰਤ ਨਾਲ ਉਵੇਂ ਦਾ ਨਾ ਰਿਹਾ, ਤਾਂ ਅਸੀਂ ਦੁਨੀਆ ਤੇ ਹੋਵਾਂਗੇ ਕੀ ਫਰਕ ਪੈਂਦਾ ਗਾ? ਜੇ ਤੁਹਾਡੇ ਅੰਦਰ ਜਿਹੜੀ ਇੱਕ ਹਿਊਮਨ ਹੋਣ ਦੀਆਂ ਭਾਵਨਾਵਾਂ ਨੇ, ਰਸਣ ਰੋਣ ਸਭ ਕੱਸੇ ਕਰਨ ਦੀਆਂ, ਜੋ ਨਹੀਂ ਹੋਣਗੀਆਂ ਤਾਂ ਤੁਸੀਂ ਇੱਕ ਰੋਬੋਟ ਦੀ ਤਰ੍ਹਾਂਗੇ। ਤਾਂ ਬਾਜ਼ਾਰ ਇੱਕ ਰੋਬੋਟ ਦੀ ਤਰ੍ਹਾਂ ਮਨੁੱਖ ਪੈਦਾ ਕਰ ਰਿਹਾ। ਕੈਪੀਟਲਿਜ਼ਮ ਆ ਜਿਹੜਾ, ਪੂੰਜੀਵਾਦ ਦੇ ਅੰਦਰ ਇਹ ਕਿਹਾ ਜਾਂਦਾ, ਜਿਹੜਾ ਮੈਂ ਕਿਹਾ ਸੀ ਨਾ, ਪੂੰਜੀਵਾਦ ਮਹਾਮਾਰੀ ਹੈ ਤੇ ਕਰੋਨਾ ਇੱਕ ਵਾਇਰਸ ਆ। ਤਾਂ ਗੱਲ ਇਹ ਨਹੀਂ ਕਿ ਪੂੰਜੀਵਾਦ ਜਿੱਥੇ ਹੈ, ਹੁਣ ਉਹ ਮਾਡਲ ਨੂੰ ਕਿਵੇਂ ਇੰਪਲੀਮੈਂਟ ਕਰਨਾ। ਜੇ ਤੁਸੀਂ 24 ਘੰਟੇ ਮੁਨਾਫੇ, ਜਦੋਂ ਤੁਹਾਡੇ ਕੇਂਦਰ ਦੇ ਅੰਦਰ ਸੈਂਟਰ 'ਚ ਤੁਸੀਂ ਮਨੁੱਖ ਨੂੰ ਨਹੀਂ ਰੱਖ ਰਹੇ, ਮੁਨਾਫੇ ਨੂੰ ਰੱਖ ਰਹੇ ਹੋ, ਜੇ 24 ਘੰਟੇ ਤੁਸੀਂ ਇਹ ਸੋਚੋਗੇ ਕਿ ਮੁਨਾਫੇ ਤੋਂ ਵੱਡੀ ਮੇਰੇ ਲਈ ਕੋਈ ਗੱਲ ਨਹੀਂ ਹੈ, ਸਭ ਤੋਂ ਪਹਿਲਾਂ ਮੁਨਾਫਾ ਮੇਰੇ ਲਈ, ਫਿਰ ਮਨੁੱਖ ਆਗਾ, ਤਾਂ ਓਬਵੀਅਸਲੀ ਫਿਰ ਦੁਨੀਆ ਦਾ ਇਹ ਹਾਲ ਹੋਊਗਾ। ਜਿਹੜਾ ਦੁਨੀਆ ਦਾ ਇਹ ਹਾਲ ਹੋਇਆ ਕਰੋਨਾ ਵਾਲੀ ਸਿਚੁਏਸ਼ਨ ਜਿੱਥੇ ਅਸੀਂ ਪਹੁੰਚੇ, ਮੈਂ ਤਾਂ ਹੀ ਕਹਿ ਰਿਹਾ, ਅਸੀਂ ਉੱਪਰਲੀਆਂ ਗੱਲਾਂ ਕਰ ਸਕਦੇ ਸੀ ਜੀ, ਆਕਸੀਜਨ ਦੀ ਘਾਟ ਕਿਵੇਂ ਕਰੀਏ ਜੀ, ਆਕਸੀਜਨ ਦੇ ਪਲਾਂਟ ਨਹੀਂ ਹੈਗੇ, ਇਹ ਕੰਮ ਵੀ ਸਾਡਾ ਗੱਲਾਂ ਕਰਨਾ। ਪਰ ਮੈਨੂੰ ਇਹੀ ਲੱਗਦਾ ਸੀਗਾ ਕਿ ਜਿਹੜੀ ਰਾਜਨੀਤੀ ਡੀਕੋਡ ਦਾ ਕਰਨ ਦਾ ਮਤਲਬ, ਕਿ ਰਾਜਨੀਤੀ ਦਾ ਮਤਲਬ ਇਹ ਨਹੀਂ ਹੁੰਦਾ ਕਾਂਗਰਸ, ਅਕਾਲੀ ਦਲ, ਲੈਫਟ ਰਾਈਟ। ਰਾਜਨੀਤੀ ਦਾ ਮਤਲਬ ਇਹ ਹੈਗਾ ਕਿ ਜਦੋਂ ਮਾਡਰਨ ਡੈਮੋਕ੍ਰੇਸੀ ਦੇ ਅੰਦਰ ਅਸੀਂ ਜਿਉਂਦੇ ਹਾਂ, ਉਹ ਵੈਲਫੇਅਰ ਸਟੇਟ ਦਾ ਕੰਮ ਕੀ ਹੈਗਾ, ਉਹ ਵੈਲਫੇਅਰ ਸਟੇਟ ਨੇ ਸਾਨੂੰ ਕੀ ਦੇਣਾਗਾ। ਜੇ ਸਾਡੇ ਤੋਂ ਉਹ ਮੁੱਢਲਾ ਹੱਕ ਆ ਕਿਸੇ ਦਾ ਸਾਹ ਲੈਣਾ ਕਿਸੇ ਦਾ ਮੁੱਢਲਾ ਹੱਕ ਆ, ਤੁਸੀਂ ਕਿਸੇ ਤੋਂ ਸਾਹ ਲੈਣ ਦਾ ਅਧਿਕਾਰ ਖੋਲਿਆ, ਤੇ ਸਾਹ ਲੈਣ ਦਾ ਅਧਿਕਾਰ ਤੁਸੀਂ ਕਿਸੇ ਨੂੰ ਆਕਸੀਜਨ ਦੇ ਸਿਲੰਡਰ ਲੈ ਕੇ ਨਹੀਂ ਦੇ ਸਕਦੇ। ਪਾਣੀ ਤੁਸੀਂ ਬੋਤਲਾਂ 'ਚ ਤਾਂ ਬੰਦਾ ਪੀ ਲੂਗਾ, ਸਾਡੇ ਪੰਛੀ ਕਿੱਥੋਂ? ਕੀ ਸਾਡਾ ਜਿਹੜਾ ਸਾਰਾ ਜਗਤ ਸੀ ਜੀ, ਸਾਡੀ ਗੁਰਬਾਣੀ ਦੇ ਅੰਦਰ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਸਾਡੇ ਗੁਰੂਆਂ ਨੇ, ਸਾਡੇ ਪੀਰਾਂ ਫਕੀਰਾਂ ਰਿਸ਼ੀਆਂ ਮੁਨੀਆਂ ਨੇ, ਕਿੱਡੀ ਮਹਿਮਾ ਸਾਡੀ। ਪੰਛੀ ਵਿਚਾਰਾ ਬਿਸਲਰੀ ਦੀ ਬੋਤਲ 'ਚ ਪਾਣੀ ਪੀਊਗਾ, ਕੋਈ ਚਿੜੀ ਬਿਸਲਰੀ ਦੀ ਬੋਤਲ 'ਚ ਪਾਣੀ ਪੀਊ, ਮਰ ਰਹੇ ਨੇ। ਗਰਮੀ ਦੇ ਅੰਦਰ ਅਸੀਂ ਦੇਖਦੇ ਹਾਂ ਕਿੰਨੇ ਕੁ ਤੁਸੀਂ ਆਪਦੇ ਤੁਹਾਨੂੰ ਮਤਲਬ ਨੈਚੁਰਲੀ ਉਹ ਕਰਨੀਆਂ ਪੈਣਗੀਆਂ, ਕੁਦਰਤੀ। ਜੇ ਤੁਸੀਂ ਕਹੋਗੇ ਜਲਗਾਹਾਂ ਕੁਦਰਤੀ ਹੋਣਗੀਆਂ ਤੁਹਾਡੀਆਂ। ਜੇ ਤੁਸੀਂ ਕਹੋਗੇ ਅਸੀਂ ਜੀ ਗਰਮੀ 'ਚ ਹੁਣ ਬਹੁਤ ਅਸੀਂ ਸਿਆਣੇ ਹੋ ਗਏ, ਜਿਵੇਂ ਚੱਲਦਾ ਗਾ ਸਾਡੇ ਸ਼ਹਿਰਾਂ 'ਚ ਅਸੀਂ ਦੇਖਦੇ ਹਾਂ, ਉਹ ਘੜੇ ਜਿਹੇ ਭਰ ਕੇ ਰੱਖਣ ਲੱਗ ਜਾਂਦੇ ਨੇ ਪੰਛੀਆਂ ਨੂੰ, ਠੀਕ ਹੈ, ਉਹ ਚੰਗੀ ਗੱਲ ਆ, ਮਾੜੀ ਨਹੀਂ, ਪਰ ਉਹਦੇ ਨਾਲ ਥੋੜ੍ਹੀ ਗੱਲ ਬਣੂ। ਬੰਦੇ ਨੂੰ, ਸਿਸਟਮ ਨੂੰ, ਸਰਕਾਰਾਂ ਨੂੰ ਮਨੁੱਖ ਪੱਖੀ ਹੋ ਕੇ, ਪੂਰੀ ਕੁਦਰਤ ਪੱਖੀ ਹੋ ਕੇ, ਜਦੋਂ ਤੁਸੀਂ ਪੂਰੀ ਕੁਦਰਤ ਬਾਰੇ ਸੋਚੋਗੇ ਤਾਂ ਤੁਹਾਡੇ ਪੈਰ ਥੱਲੇ ਆਇਆ ਕੀੜਾ ਵੀ ਤੁਹਾਨੂੰ ਐ ਲੱਗੂਗਾ ਯਾਰ ਇਹ ਕਿਉਂ ਮਰ ਗਿਆ ਮੈਥੋਂ। ਕੀ ਤੁਹਾਨੂੰ ਲੱਗਦਾ ਕਿ ਇਹਦੇ ਪਿੱਛੇ ਸਰਕਾਰਾਂ ਦੀ ਪਾਲਿਸੀ ਹੈ ਕੋਈ? ਸਰਕਾਰਾਂ ਤਾਂ ਉਹ ਤਾਂ ਹੈਗੀ ਆ। ਸਰਕਾਰਾਂ ਕੀ ਆ? ਕਿਉਂਕਿ ਨੈਕਸਸ ਆ ਇੱਕ ਉਹ ਲੋਕ ਨੇ ਜਿਨ੍ਹਾਂ ਨੇ ਮੁਨਾਫਾ, ਵੱਧ ਤੋਂ ਵੱਧ ਮੁਨਾਫਾ ਕਮਾਉਣਾ ਦੁਨੀਆ ਦੇ ਉੱਤੇ। ਉਹ ਛੋਟੇ ਵੀ ਨੇ, ਉਹ ਵੱਡੇ ਵੀ ਨੇ। ਮੁਨਾਫਾ ਕਮਾਉਣਾ, ਅਸੀਂ ਇਹ ਨਹੀਂ ਕਹਿੰਦੇ ਗੇ ਕਿ ਕਿਸੇ ਦਾ ਕੋਈ ਮੁਨਾਫਾ ਹੋਣਾ ਕੋਈ ਮਾੜੀ ਗੱਲ ਆ, ਪਰ ਇੰਨੀ ਇਨਕੁਐਲਿਟੀ ਸਮਾਜ ਦੇ ਅੰਦਰ ਆ ਜੇ ਕਿ ਵਿਚਾਰਾ ਇੱਕ ਬੰਦਾ ਰੋਟੀ ਤੋਂ ਮਹਿਤਾਜ ਹੋਵੇ, ਇੱਕ ਬੰਦੇ ਨੂੰ ਵਿਚਾਰੇ ਨੂੰ ਪੜ੍ਹਨ ਦਾ ਮੌਕਾ ਨਾ ਮਿਲੇ, ਇੱਕ ਬੰਦੇ ਨੂੰ ਇਲਾਜ ਕਰਾਉਣ ਦਾ ਮੌਕਾ ਨਾ ਮਿਲੇ, ਕੋਈ ਇਲਾਜ ਕਰਾਉਣ ਕੱਲੀ ਉਹ ਦੁਨੀਆ ਤੋਂ ਚਲਿਆ ਜਾਵੇ। ਸਾਡੇ ਸੱਭਿਅਕ ਸਮਾਜ, ਕਾਹਦਾ ਸੱਭਿਅਕ ਸਮਾਜ ਕਹਿੰਦੇ ਹੋ ਤੁਸੀਂ ਕਹਿੰਦੇ ਹੋ ਸਿਵਲਾਈਜ਼ਡ ਸੁਸਾਇਟੀ, ਵੱਡਾ ਸ਼ਬਦ ਹੈਗਾ ਸੱਭਿਅਕ ਸਮਾਜ। ਅਸੀਂ ਸਿਵਲਾਈਜ਼ਡ ਸੁਸਾਇਟੀਆਂ। ਸਿਵਲਾਈਜ਼ਡ ਸੁਸਾਇਟੀ ਦੇ ਅੰਦਰ ਕਿਸੇ ਬੰਦੇ ਦਾ ਬਿਨਾਂ ਇਲਾਜ ਤੋਂ ਮਰਨਾ ਸ਼ਰਮਨਾਕ ਗੱਲ ਹੈਗੀ। ਬਿਨਾਂ ਇਲਾਜ ਤੋਂ ਬੰਦੇ ਮਰਦੇ ਦੇਖਿਆ ਸੀ। ਉਹ ਤੋਂ ਬਿਨਾਂ ਅਸੀਂ ਦੇਖਦੇ ਆਂਗੇ ਕਿ ਬਹੁਤ ਸਾਰੇ ਸਾਡੇ ਸੈਕਸ਼ਨ ਨੇ ਜਿਹੜੇ ਗਰੀਬ ਘਰਾਂ ਦੇ, ਅਸੀਂ ਆਪ ਦੇਖਿਆ, ਮੇਰੇ ਨਾਲ ਪੜ੍ਹਨ ਵਾਲੇ ਬਹੁਤ ਸਾਰੇ ਲੋਕ ਵਿਚਾਰੇ, ਇਹ ਹੋ ਸਕਦਾ ਉਹਨਾਂ ਨੂੰ ਮੌਕਾ ਮਿਲਿਆ ਹੁੰਦਾ, ਪਤਾ ਨਹੀਂ ਕਿੱਥੇ ਹੁੰਦੇ ਉਹ। ਬਹੁਤ ਇੰਟੈਲੀਜੈਂਟ ਬੰਦੇ, ਬਹੁਤ ਇੰਟੈਲੀਜੈਂਟ ਬੱਚੇ ਜਿਹੜੇ ਸਾਡੇ ਨਾਲ ਹੁੰਦੇ ਸੀਗੇ, ਗਰੀਬ ਘਰਾਂ ਦੇ, ਦਲਿਤ ਪਰਿਵਾਰਾਂ 'ਚੋਂ, ਵਿਚਾਰੇ ਨਹੀਂ ਪੜ੍ਹ ਸਕੇ।
ਤਾਂ ਹੁਣ ਇਹ ਗੱਲ ਦੀਆਂ ਜ਼ਿੰਮੇਵਾਰੀਆਂ ਕਿਹਦੀਆਂ ਨੇ? ਸਰਕਾਰਾਂ ਦੀਆਂ ਨੇ। ਸਰਕਾਰ ਦਾ ਇੱਕ ਰੋਲ ਆ, ਪਰ ਜਦੋਂ ਤੁਹਾਡੀ ਐਜੂਕੇਸ਼ਨ ਵੀ 24 ਘੰਟੇ ਮੁਨਾਫੇ ਤੋਂ ਬਿਨਾਂ ਕੁਛ ਨਾ ਰਹੇ, ਜਦੋਂ ਤੁਹਾਡੇ ਐਜੂਕੇਸ਼ਨ ਸਿੱਖਿਆ ਦਾ ਹੋਵੇ ਕਿ ਮੁਨਾਫਾ ਕਮਾਉਣਾ, ਸਾਡੇ ਸਾਰੇ ਸਕੂਲ ਕਾਲਜ ਕੀ ਹੋ ਗਏ? ਮੁਨਾਫੇ ਦੀ ਉਹ ਬਣ ਗਏ। ਮੁਨਾਫਾ ਰੱਖੋ ਕੋਈ ਨਹੀਂ, ਅਸੀਂ ਮੁਨਾਫੇ ਨੂੰ ਕੋਈ ਨਹੀਂ ਕਹਿੰਦੇ ਮੁਨਾਫਾ ਹੋ ਗਿਆ ਤਾਂ, ਪਰ ਮੁਨਾਫੇ ਦੀ ਵੀ ਕੋਈ ਹੱਦ ਹੁੰਦੀ ਹੈ। ਫਿਰ ਤੁਹਾਡਾ ਹੈਲਥ ਸਿਸਟਮ ਪੂਰਾ ਮੁਨਾਫੇ ਤੇ ਟਿਕ ਜੇ, ਫਿਰ ਤੁਹਾਡੀ ਪੂਰੀ ਸਿਕਿਉਰਿਟੀ ਮੁਨਾਫੇ ਦੇ ਉੱਤੇ ਟਿਕ ਜੇ, ਜੋ ਸਾਰਾ ਅਸੀਂ ਦੇਖ ਰਹੇ ਹਾਂਗੇ। ਤਾਂ ਇਹੀ ਕੁਛ ਹੋਣਾ। ਕਿੱਥੋਂ ਜੇ ਇਹ ਕੰਪੇਨਾਂ ਕੌਣ ਚਲਾਊਗਾ ਕਿ ਹਾਂ ਅਸੀਂ ਕੁਦਰਤ ਨੂੰ ਬਚਾਉਣਾਗਾ? ਤੇ ਜੇ ਆਪਾਂ ਵਾਇਰਸ ਦੀ ਗੱਲ ਕਰ ਲਈ, ਕਿਹਾ ਗਿਆ ਕਿ ਕੁਦਰਤੀ ਮਾਰ ਤਾਂ ਜਿਹੜਾ ਮਨੁੱਖ ਝੱਲ ਲੈਂਦਾ, ਪਰ ਇਹ ਮਨੁੱਖ ਦੀ ਆਪਣੀ ਮਾਰ ਹੈ। ਕਿਹਾ ਗਿਆ ਕਿ ਇਹ ਲੈਬੋਰੇਟਰੀ ਦੇ ਵਿੱਚ ਤਿਆਰ ਕੀਤਾ ਗਿਆ ਵਾਇਰਸ ਹੈ। ਇਹਦੇ ਬਾਰੇ ਕੀ ਕਹੋਗੇ ਕਿ ਕਿੱਦਾਂ ਇੱਕ ਲੈਬੋਰੇਟਰੀ ਦੇ ਵਿੱਚ ਬਣਿਆ ਵਾਇਰਸ ਪੂਰੇ ਵਿਸ਼ਵ ਦੇ ਵਿੱਚ ਫੈਲ ਜਾਂਦਾ ਹੈ? ਦੇਖੋ, ਉਹੀ ਮੈਂ ਇਹ ਕਹਿ ਰਹਾਂਗਾ ਕਿ ਇਹ ਵੀ ਤਾਂ ਹੁਣ ਜੇ ਇਹ ਖੇਡ ਆ ਗਈ, ਮਤਲਬ ਇਲਜ਼ਾਮ ਨੇ ਇੱਕ ਦੂਜੇ ਦੇ ਉੱਤੇ, ਹੈ ਨਾ। ਵੈਸਟ ਨੇ ਚਾਈਨਾ ਤੇ ਲਾਤੇ, ਚਾਈਨਾ ਨੇ ਪੱਛਮ ਤੇ ਲਾਤੇ, ਰਸ਼ੀਆ ਨੇ ਆਪਣੀਆਂ ਜੋ ਦੁਨੀਆ ਦਾ ਇੱਕ ਰਾਜਨੀਤਿਕ ਸਾਰਾ ਖੇਡ ਆ ਗਈ। ਰਾਜਨੀਤਿਕ ਧੁਰੇ ਨੇ, ਜਿਵੇਂ ਇੱਕ ਰਾਜਨੀਤਿਕ ਧੁਰਾ ਰਸ਼ੀਆ ਗਾ, ਦੂਸਰਾ ਚਾਈਨਾ ਗਾ, ਤੀਸਰਾ ਅਮਰੀਕਾ, ਫਰਾਂਸ ਆ। ਇਹਨਾਂ ਦੀ ਆਪਸ 'ਚ ਲੜਾਈ ਚੱਲਦੀ ਰਹਿੰਦੀ ਹੈਗੀ। ਇਹਨਾਂ ਧੁਰਿਆਂ ਨੇ ਆਪਸ ਦੇ ਅੰਦਰ ਬਹੁਤ ਸਾਰੀ ਰਾਜਨੀਤੀ ਕਿਸੇ ਵੀ ਮਸਲੇ 'ਤੇ ਕਰਨੀ ਆ। ਕਰੋਨਾ ਆ ਜੇ, ਯੁੱਧ ਆ ਜੇ, ਕੁਛ ਵੀ ਹੋ ਜੇ। ਪਰ ਸਵਾਲ ਜਿਹੜਾ ਮੋਟੇ ਤੌਰ ਦੇ ਉੱਤੇ ਇਹ ਹੈਗਾ ਕਿ ਜਦੋਂ ਤੱਕ ਇਸ ਪੂਰੇ ਦੁਨੀਆ ਦੇ ਅੰਦਰ ਇਸ ਗੱਲ ਦੇ ਉੱਤੇ ਚਰਚਾ ਸ਼ੁਰੂ ਨਹੀਂ ਹੁੰਦੀ ਗੀ ਕਿ ਬੰਦੇ ਨੇ ਰਹਿਣਾ ਕਿਵੇਂ ਆ, ਤੇ ਬੰਦਾ ਬੰਦੇ ਵਾਂਗੂ ਕਿਵੇਂ ਰਹਿ ਸਕਦਾ ਗਾ, ਤੇ ਬੰਦੇ ਦਾ ਰਿਸ਼ਤਾ ਸਿਰਫ ਬੰਦਿਆਂ ਨਾਲ ਹੀ ਨਹੀਂ ਹੈਗਾ, ਬੰਦੇ ਦਾ ਰਿਸ਼ਤਾ ਉਹਨਾਂ ਜਾਨਵਰਾਂ, ਪੰਛੀਆਂ, ਪਸ਼ੂਆਂ ਸਭ ਨਾਲ ਹੈਗਾ, ਪੂਰੀ ਬਾਇਓਲੋਜੀ ਦਾ ਹਿੱਸਾ ਹੈਗਾ, ਪੂਰੇ ਬ੍ਰਹਿਮੰਡ ਦਾ ਹਿੱਸਾ ਹੈਗਾ। ਅਸੀਂ ਆਪਦੇ ਗ੍ਰਹਿ ਦਾ ਖਿਆਲ ਹੀ ਨਹੀਂ ਰੱਖਣਾ, ਹੋਰ ਗ੍ਰਹਿਆਂ ਦਾ ਵੀ ਖਿਆਲ ਰੱਖੀਏ। ਤੇ ਜਦੋਂ ਅਸੀਂ ਇਹ ਚੀਜ਼ ਦੇ ਲਈ ਅਸੀਂ ਤਾਂ ਆਪਦੇ ਗ੍ਰਹਿ ਨੂੰ, ਮਤਲਬ ਧਰਤੀ, ਤੁਸੀਂ ਇਹ ਕਿਹਾ ਜਾਂਦਾ ਕਿ ਦੁਨੀਆ, ਮਤਲਬ ਧਰਤੀ ਤੁਸੀਂ ਰਹਿਣ ਜੋਗੀ ਨਹੀਂ ਛੱਡੀ, ਉਦੋਂ ਬਾਅਦ ਤੁਸੀਂ ਉਹਨੇ ਚੰਨ 'ਤੇ ਵਸ ਜਾਗੇ, ਇੱਥੇ ਵਸ ਜਾਗੇ। ਧਰਤੀ ਮਨੁੱਖ ਨੇ, ਮਤਲਬ ਜੰਗਲ ਦੇ ਅੰਦਰ ਜਿੱਥੇ ਜਾਨਵਰ ਰਹਿੰਦੇ ਨੇ ਉਹ ਸਾਡੇ ਨਾਲ ਵਧੀਆ ਤਰੀਕੇ ਨਾਲ ਰਹਿੰਦੇ ਨੇ, ਤੇ ਉੱਥੋਂ ਦੇ ਲੋਕ ਖੁਸ਼ ਵੀ ਰਹਿੰਦੇ ਨੇ, ਤੇ ਆਪਾਂ ਉੱਥੋਂ ਦੇ ਵੀ ਰਹਿੰਦੇ ਨੇ ਜਾਨਵਰ ਵੀ ਤੁਹਾਡੇ ਨਾਲ ਜ਼ਿਆਦਾ ਵਧੀਆ ਤਰੀਕੇ ਦੇ ਨਾਲ, ਜ਼ਿਆਦਾ ਨੇੜੇ ਨਹੀਂ ਨਿਚਰਦੇ ਹੋ ਜੀ। ਤੇ ਇਦਾਂ ਹੀ ਇੱਕ ਸੰਯੁਕਤ ਰਾਸ਼ਟਰ ਦੀ ਰਿਪੋਰਟ ਦੇ ਵਿੱਚ ਕਿਹਾ ਗਿਆ ਸੀ ਕਿ ਜਿਹੜੇ ਭਾਰਤ ਦੇ ਲੋਕ ਨੇ ਘੱਟ ਖੁਸ਼ ਰਹਿੰਦੇ ਨੇ। ਚਾਹੇ ਬੰਗਲਾਦੇਸ਼ ਦੀ ਗੱਲ ਕਰੀਏ, ਪਾਕਿਸਤਾਨ ਉਸ ਤੋਂ ਵੀ ਥੱਲੇ ਨੇ। 140ਵੇਂ ਨੰਬਰ ਤੇ ਜਿਹੜਾ ਭਾਰਤ ਰਿਹਾ ਸੀਗਾ। ਵਰਲਡ ਹੈਪੀਨੈਸ ਰਿਪੋਰਟ ਜਾਰੀ ਕੀਤੀ ਗਈ ਸੀ ਸੰਯੁਕਤ ਰਾਸ਼ਟਰ ਦੇ ਵੱਲੋਂ। ਉਹਦੇ ਬਾਰੇ ਕੀ ਕਹਿਣਾ ਕਿ ਲੋਕ ਖੁਸ਼ ਨਹੀਂ ਰਹਿ ਰਹੇ, ਕੁਦਰਤ ਦੇ ਨਾਲ ਪਿਆਰ ਨਹੀਂ ਕਰ ਰਹੇ? ਕਿਤੇ ਨਾ ਕਿਤੇ ਇਹ ਵੀ ਲਿੰਕ ਅਪ ਹੈ ਨਾ ਕਿ ਕੁਦਰਤ ਤੋਂ ਦੂਰ ਹੋ ਗਿਆ ਜਿਹੜਾ ਮਨੁੱਖ ਹੈ। ਮੈਂ ਕਹਿ ਰਿਹਾਗਾ ਕਿ ਜ਼ਿੰਦਗੀ ਕਿਸ ਗੱਲ ਲਈ ਹੁੰਦੀ ਹੈ ਮਨਪ੍ਰੀਤ? ਬੰਦਾ ਕਿਉਂ ਜਿਉਂਦਾਗਾ? ਸਭ ਤੋਂ ਵੱਡੀ ਗੱਲ, ਤੁਸੀਂ ਪੈਸਾ ਕਿਉਂ ਕਮਾਉਂਦੇ ਹੋਗੇ? ਜੀ, ਖੁਸ਼ ਰਹਿਣ ਦੇ ਲਈ। ਕੋਈ ਵੀ ਬੰਦਾ ਕੰਮ ਕਿਸ ਗੱਲ ਦੇ ਲਈ ਕਰਦਾਗਾ? ਦੁਨੀਆ ਦੇ ਉੱਤੇ ਹਰ ਕੰਮ ਬੰਦਾ ਖੁਸ਼ ਰਹਿਣ ਲਈ ਕਰਦਾ। ਜੇ ਅਸੀਂ ਗੁਰਦੁਆਰਾ ਸਾਹਿਬ ਜਾਂਦੇ ਹਾਂ ਤਾਂ ਖੁਸ਼ ਰਹਿਣ ਲਈ ਜਾਂਦੇ ਹਾਂ, ਕੋਈ ਮੰਦਿਰ ਜਾ ਰਿਹਾ, ਕੋਈ ਕਿਸੇ ਕਿਤਾਬ ਨੂੰ ਪੜ੍ਹ ਰਿਹਾ ਹੈਗਾ, ਕੋਈ ਕਿਸੇ ਮੈਡੀਟੇਸ਼ਨ ਸੈਂਟਰ ਜਾ ਰਿਹਾ ਹੈਗਾ, ਕੋਈ ਸਪੋਰਟਸ ਦੇ ਗਰਾਊਂਡ 'ਚ ਜਾ ਰਿਹਾ ਹੈਗਾ। ਬੰਦਾ ਹਰ ਥਾਂ ਦੇ ਉੱਤੇ ਜਿੱਥੇ ਉਹ ਜਾ ਰਿਹਾ ਹੈਗਾ ਆਪਦੀ ਖੁਸ਼ੀ ਲੱਭਣ ਜਾ ਰਿਹਾ ਹੈਗਾ। ਆਪਦੀ ਖੁਸ਼ੀ ਲੱਭਦਾ ਕਿ ਕਿੱਥੇ ਸਹਿਜ ਰਹਿ ਕੇ ਮੈਂ ਖੁਸ਼ ਕਿੱਥੇ ਰਹੂੰਗਾ। ਬੰਦਾ ਕਮਾਉਂਦਾ ਕਿਉਂ ਆਗਾ? ਇੱਕ ਤਾਂ ਉਹਦੀਆਂ ਮੁੱਢਲੀਆਂ ਲੋੜਾਂ ਹੋਣੀਆਂ, ਮੁੱਢਲੀਆਂ ਲੋੜਾਂ ਤੋਂ ਜਦੋਂ ਜ਼ਿਆਦਾ ਕਮਾਉਂਦਾ ਕਿਉਂ ਕਮਾਉਂਦਾ? ਕਿ ਮੈਂ ਖੁਸ਼ ਰਹਾਂ, ਮੇਰੇ ਕੋਲ ਉਨੇ ਕੁ ਸਾਧਨ ਹੋਣ ਜਿੰਨਾਂ 'ਚ ਮੈਂ ਖੁਸ਼ੀ ਦੇ ਨਾਲ ਜ਼ਿੰਦਗੀ ਆਪਦੀ ਕੱਢ ਸਕਾਂ। ਤਾਂ ਖੁਸ਼ ਬੰਦਾ ਕਿਵੇਂ ਰਹਿ ਸਕਦਾ ਗਾ? ਉਹ ਮਾਡਲ ਜਦੋਂ ਤੱਕ ਤੁਹਾਡੇ ਕੋਲ ਨਹੀਂ ਹੈਗਾ ਕਿ ਬੰਦਾ ਖੁਸ਼ ਕਿਵੇਂ ਰਹੇ। ਬੰਦਾ ਖੁਸ਼ ਨਾ ਇਕੱਲੀ ਆਰਥਿਕਤਾ ਨਾਲ ਰਹਿ ਸਕਦਾ, ਨਾ ਇਕੱਲੇ ਮੈਂਟਲੀ ਰਹਿ ਸਕਦਾ। ਉਹਦਾ ਇੱਕ ਸੁਮੇਲ ਹੋਊਗਾ, ਇੱਕ ਬੈਲੈਂਸ ਹੋਊਗਾ, ਜਿਹਦੀ ਮੈਂ ਗੱਲ ਕਰਦਾ, ਇੱਕ ਸੰਤੁਲਨ ਹੋਊਗਾ। ਸੰਤੁਲਨ ਉਦੋਂ ਹੋਊਗਾ ਜਦੋਂ ਤੁਹਾਡਾ ਸਾਰਿਆਂ ਨਾਲ ਰਿਸ਼ਤਾ, ਕੁਦਰਤ ਨਾਲ ਵੀ, ਪਸ਼ੂਆਂ ਪੰਛੀਆਂ ਨਾਲ ਵੀ, ਤੁਹਾਡੇ ਆਲੇ ਦੁਆਲੇ ਦੇ ਨਾਲ, ਸਾਰਿਆਂ ਨਾਲ ਤੁਹਾਡਾ ਇੱਕ ਬੈਲੈਂਸ ਰਿਸ਼ਤਾ ਹੋਊਗਾ। ਜਦੋਂ ਤੱਕ ਤੁਸੀਂ ਉਦੋਂ ਤੱਕ ਆਨੰਦ 'ਚ ਹੀ ਨਹੀਂ ਆ ਸਕਦੇ, ਉਦੋਂ ਤੱਕ ਖੁਸ਼ੀ 'ਚ ਹੀ ਨਹੀਂ ਆ ਸਕਦੇ ਜਦੋਂ ਤੱਕ ਤੁਸੀਂ ਅਸਹਿਜ ਹੋਵੋਗੇ। ਅਸਹਿਜ ਜਦੋਂ ਕਦੋਂ ਹੋਵੋਗੇ? ਜਦੋਂ ਅਸੀਂ ਕੋਈ ਵੀ ਕੰਮ ਗਲਤ ਕਰਦੇ ਹਾਂ, ਸਾਨੂੰ ਖੁਦ ਨੂੰ ਨਹੀਂ ਲੱਗਦਾ ਯਾਰ ਆਹ ਕੰਮ ਗਲਤ ਹੋਊਗਾ, ਆਪਦੇ ਆਪ ਨੂੰ ਲੱਗਦਾ। ਦੁਨੀਆ ਨੂੰ ਅਸੀਂ ਕਹੀਏ ਨਾ ਕਿ ਸਾਨੂੰ ਲੱਗਦਾਗਾ ਕਿ ਯਾਰ ਆਹ ਕੰਮ ਤੇ ਠੀਕ ਨਹੀਂ, ਅੰਦਰੋਂ ਜ਼ਮੀਰ ਕਹਿੰਦੀ ਹੈ ਕਿ ਅਸੀਂ ਗਲਤ ਕੀਤਾ। ਹਾਂ, ਤਾਂ ਉਹ ਜਦੋਂ ਅਸੀਂ ਕੋਈ ਵੀ ਕੰਮ ਇਸ ਤਰ੍ਹਾਂ ਦਾ ਕਰਦੇ ਹੁੰਦੇ ਹਾਂ, ਨੇਚਰ ਨੂੰ ਲੈ ਕੇ ਕਿਹੜਾ ਸਾਡੀ ਅੰਡਰਸਟੈਂਡਿੰਗ ਇੰਨੇ ਤਾਂ ਅਸੀਂ ਉਹ ਨਹੀਂ ਹੈਗੇ ਕੌਨਸ਼ੀਅਸ, ਅਸੀਂ ਹੁੰਦੇ ਹਾਂ ਬਹੁਤ ਸਾਰੀਆਂ ਚੀਜ਼ਾਂ ਨੂੰ ਲੈ ਕੇ। ਇਸ ਕਰਕੇ ਗ੍ਰੋਸ ਡੋਮੈਸਟਿਕ ਪ੍ਰੋਡਕਸ਼ਨ ਨਹੀਂ ਚਾਹੀਦੀ। ਕੁੱਲ ਘਰੇਲੂ ਉਤਪਾਦਨ ਇੱਕ ਟਰਮ ਹੈ ਇਕਨੋਮਿਕਸ ਦੀ, ਗ੍ਰੋਸ ਡੋਮੈਸਟਿਕ ਪ੍ਰੋਡਕਸ਼ਨ। ਕੁੱਲ ਘਰੇਲੂ ਉਤਪਾਦਨ ਨਹੀਂ ਚਾਹੀਦਾ, ਕੁੱਲ ਘਰੇਲੂ ਖੁਸ਼ੀ ਚਾਹੀਦੀ ਹੈ। ਘਰੇਲੂ ਦਾ ਮਤਲਬ ਸਾਡਾ ਸਾਰਾ ਦੇਸ਼, ਸਾਡਾ ਸਾਰਾ ਸਮਾਜ। ਕੁੱਲ ਘਰੇਲੂ ਖੁਸ਼ੀ, ਜਦੋਂ ਤੁਹਾਡੇ ਕੋਲੇ ਖੁਸ਼ੀ ਆ ਜਾਏਗੀ, ਇਹ ਵੀ ਜਿਹੜਾ ਇਹ ਟਰਮ ਵਰਤਦੇ ਨੇ ਜੀ, ਆਪਾਂ GDP ਕਹਿੰਦੇ ਆ, ਤੇ ਇਹ ਗ੍ਰੋਸ GDH ਕਹਿੰਦੇ ਨੇ, ਗ੍ਰੋਸ ਡੋਮੈਸਟਿਕ ਹੈਪੀਨੈਸ। ਯਾਨੀ ਗ੍ਰੋਸ ਡੋਮੈਸਟਿਕ ਹੈਪੀਨੈਸ ਆ, ਟੋਟੈਲਿਟੀ 'ਚ ਖੁਸ਼ੀ ਬੰਦੇ ਕੋਲ ਉਦੋਂ ਆਏਗੀ ਜਦੋਂ ਉਹ ਸਹਿਜ ਹੋਏਗਾ, ਜਦੋਂ ਉਹਦਾ ਰਿਸ਼ਤਾ ਆਲੇ ਦੁਆਲੇ। ਸਿਰਫ ਪੈਸਿਆਂ ਨਾਲ ਖੁਸ਼ੀ ਨਹੀਂ ਆ ਸਕਦੀ। ਜੇ ਤੁਸੀਂ ਕਹੋਗੇ ਕਿ ਬੰਦੇ ਕੋਲ ਪੈਸਾ, ਕਿਸੇ ਕੋਲ ਪੈਸਾ ਬਹੁਤ ਆ ਗਿਆ, ਪੈਸੇ ਨਾਲ ਖੁਸ਼ ਹੋ ਜੂ, ਨਹੀਂ ਹੋਣਾਗਾ ਉਹਨੇ। ਕਿਸੇ ਕੋਲ ਸਾਧਨ ਬਹੁਤ ਆ ਗਏ, ਨਹੀਂ ਖੁਸ਼ ਹੋਊਗਾ ਕੋਈ। ਜਿਹੜੇ ਆਪਾਂ ਇਹ ਵੀ ਕਹਿੰਦੇ ਆ ਨਾ ਮਨਪ੍ਰੀਤ, ਆਮ ਹੀ ਗੱਲ ਚੱਲਦੀ ਹੈ ਕਿ ਜੀ ਇਹਨਾਂ ਦਾ ਤਾਂ ਵਿਕਾਸ ਨਹੀਂ ਹੋਇਆ ਆਦੀਵਾਸੀਆਂ ਦਾ। ਮੈਂ ਕਹਿੰਦਾ ਹੁੰਦਾ ਯਾਰ ਤੁਸੀਂ ਹੂ ਆਰ ਯੂ?
ਤੁਸੀਂ ਇਹ ਕੌਣ ਕਹਿਣ ਵਾਲੇ ਹੋ? ਕੋਈ ਝੁੱਗੀ 'ਚ ਬੈਠਾ ਬੰਦਾ ਤੁਹਾਡੇ ਨਾਲ ਹਜ਼ਾਰਾਂ ਗੁਣਾ ਆਨੰਦ 'ਚ ਹੋ ਸਕਦਾ। ਕੋਈ ਝੁੱਗੀ 'ਚ ਬੈਠਾ ਬੰਦਾ ਕਿਸੇ ਮਹਿਲ ਵਾਲੇ ਨਾਲੋਂ ਜ਼ਿਆਦਾ ਆਨੰਦ 'ਚ ਹੋ ਸਕਦਾ। ਤੁਸੀਂ ਕੌਣ ਇਹ ਕਹਿਣ ਵਾਲੇ ਕਿ ਮੁੱਖ ਧਾਰਾ ਦਾ ਹਿੱਸਾ ਨਹੀਂ ਬਣੇ? ਤੁਹਾਡੀ ਮੁੱਖ ਧਾਰਾ 'ਚ ਤਾਂ ਡਿਸਟਰਬੈਂਸ ਹੀ ਡਿਸਟਰਬੈਂਸ ਆ। ਜਿਹਨੂੰ ਤੁਸੀਂ ਮੁੱਖ ਧਾਰਾ ਕਹਿੰਦੇ ਹੋ, ਉੱਥੇ ਤਾਂ ਬੰਦਾ ਪਾਗਲ ਹੋਇਆ ਫਿਰਦਾ ਗਾ, ਉੱਥੇ ਤਾਂ ਬੰਦਾ ਸਟ੍ਰੈਸ 'ਚ ਫਿਰਦਾ ਗਾ, ਉੱਥੇ ਤਾਂ ਬੰਦਾ ਇੰਨਾ ਕਮਾ ਕੇ ਵੀ ਸੈਟਿਸਫਾਈਡ ਨਹੀਂ ਹੈਗਾ, ਉੱਥੇ ਤਾਂ ਬੰਦਾ ਇਕੱਠਾ ਕਰ ਕਰਕੇ ਵੀ ਮਤਲਬ ਸੈਟਿਸਫਾਈਡ ਨਹੀਂ ਹੈਗਾ। ਕਿਉਂ ਨਹੀਂ ਹੈਗਾ ਗਾ? ਸੰਤੁਸ਼ਟੀ ਨਹੀਂ ਹੈਗੀ ਕਿਤੇ, ਕਿਉਂਕਿ ਤੁਹਾਡੇ ਦਾ ਪੂਰਾ ਮਾਡਲ ਤੁਹਾਡਾ ਜਿਹੜਾ ਉਹ 'ਚ ਗੜਬੜ ਆ ਗਈ। ਜੇ ਬੰਦੇ ਨੂੰ ਤੁਸੀਂ ਜੇ ਸਾਡੀਆਂ ਜਿਹੜੇ ਵੀ ਸਾਡੇ ਸਕੂਲ ਹੋਣਗੇ, ਜਿਹੜੇ ਸਾਡੇ ਸਕੂਲ ਦਾ ਮਤਲਬ ਕੀ ਹੈ ਜੀ, ਸਾਡੀ ਸਕੂਲਿੰਗ ਇਸ ਤਰ੍ਹਾਂ ਦੀ ਹੋਊਗੀ, ਚਾਹੇ ਉਹ ਧਾਰਮਿਕ ਹੋਵੇ, ਚਾਹੇ ਉਹ ਸਮਾਜਿਕ ਹੋਵੇ, ਫਿਲਾਸਫੀਕਲ ਹੋਵੇ, ਪੋਲੀਟੀਕਲ ਹੋਵੇ। ਪੋਲੀਟਿਕਸ ਦਾ ਜਦੋਂ ਕੋਈ ਸਰੋਕਾਰ ਹੋਊਗਾ ਤਾਂ ਠੀਕ ਹੋਊਗੀ ਉਹ। ਜਦੋਂ ਕੋਈ ਪੋਲੀਟਿਕਸ ਦਾ ਸਰੋਕਾਰ ਹੀ ਨਹੀਂ, ਪੋਲੀਟੀਸ਼ੀਅਨ ਦਾ ਸਰੋਕਾਰ ਹੀ ਨਹੀਂ, ਪੋਲੀਟੀਸ਼ੀਅਨ ਦਾ ਕੋਈ ਸਰੋਕਾਰ ਹੀ ਨਹੀਂ ਰਿਹਾ। ਕੋਈ ਸਰੋਕਾਰ ਤਾਂ ਹੋਵੇ ਨਾ, ਧਰਮ ਨਾਲ ਜੁੜਿਆ ਹੋਵੇ, ਕਿਸੇ ਚੀਜ਼ ਨਾਲ ਜੁੜਿਆ ਹੋਵੇ। ਜਦੋਂ ਤੱਕ ਉਹ ਸਰੋਕਾਰ ਨਹੀਂ ਜੁੜੇ ਹੋਣਗੇ, ਜਦੋਂ ਤੱਕ ਉਹ ਕਿਤੇ ਜੁੜਿਆ ਨਹੀਂ ਹੋਏਗਾ, ਮੈਂ ਹਮੇਸ਼ਾ ਕਹਿਣਾ ਹੁੰਦਾ ਗਾ ਕਿ ਹਰ ਬੰਦੇ ਦੀ એનર્ਜੀ ਦਾ ਕੋਈ ਸੋਰਸ ਹੁੰਦਾ ਗਾ। ਉਹ એનર્ਜੀ ਦੇ ਸੋਰਸ ਤੋਂ ਉਹਨੂੰ ਖੁਸ਼ੀ ਮਿਲਦੀ ਆ। ਜਿਵੇਂ ਮੰਨ ਲਓ ਮੈਨੂੰ ਇੱਕ ਵਧੀਆ ਗੱਲ ਕਰਕੇ ਜਾਂ ਵਧੀਆ ਕੰਮ ਕਰਕੇ, ਇੰਟਰਵਿਊ ਕਰਕੇ, ਵਧੀਆ ਜਰਨਲਿਜ਼ਮ ਕਰਕੇ ਮੈਨੂੰ ਸਭ ਤੋਂ ਜ਼ਿਆਦਾ ਖੁਸ਼ੀ ਉਹ ਚੀਜ਼ ਦੇ ਸਕਦੀ ਹੈ। ਉਹਦੇ ਲਈ ਮੈਂ 7 ਤੋਂ ਲੈ ਕੇ 12 ਵਜੇ ਤੱਕ ਵੀ ਜਾਗ ਸਕਦਾ। ਸਵੇਰੇ 7 ਵਜੇ ਉੱਠ ਕੇ ਰਾਤ ਨੂੰ 12 ਵਜੇ ਤੱਕ ਵੀ ਮੈਂ ਕੰਮ ਕਰਦਾ, ਕਿਉਂਕਿ ਮੇਰਾ ਪੈਸ਼ਨ ਆ ਉਹ। ਜਦੋਂ ਤੁਹਾਡਾ ਕੰਮ ਤੁਹਾਡਾ ਪੈਸ਼ਨ ਬਣ ਜਾਂਦਾ, ਫਿਰ ਤੁਹਾਨੂੰ ਉਹ ਕੰਮ ਨਹੀਂ ਲੱਗਦਾ। ਹੁਣ ਇਹ ਜਦੋਂ ਤੱਕ ਬੰਦੇ ਦੇ ਅੰਦਰ, ਜਦੋਂ ਸਮਾਜ ਦੇ ਅੰਦਰ ਤੁਸੀਂ ਚੁਆਇਸ ਨੂੰ ਲੈ ਕੇ, ਸਾਡੇ ਤਾਂ ਰਾਮ ਰੌਲੇ ਹੀ ਇੰਨੇ ਨੇ ਹਰ ਤਰ੍ਹਾਂ ਦੀ ਚੁਆਇਸ ਨੂੰ ਲੈ ਕੇ ਜਦੋਂ ਤੁਹਾਡੇ ਕੋਲ ਹੋਏਗਾ ਭਾਈ ਤੁਹਾਡੀ ਚੁਆਇਸ ਆ ਕਿਹੜੇ ਕੰਮ 'ਚ, ਤੁਸੀਂ ਖੁਸ਼ ਕਿਸ ਕੰਮ 'ਚੋਂ। ਫਿਨਲੈਂਡ ਦੁਨੀਆ ਦਾ ਪਹਿਲਾ ਕੰਟਰੀ ਹੈਗਾ ਜਿੱਥੇ ਸਭ ਤੋਂ ਲੇਟ ਉੱਥੇ ਬੱਚਾ ਪੜ੍ਹਨ ਲਾਉਂਦੇ ਨੇ। ਫਿਨਲੈਂਡ ਦੇ ਅੰਦਰ 7 ਸਾਲ ਤੋਂ ਬਾਅਦ, 8 ਸਾਲ ਤੋਂ ਬਾਅਦ ਬੱਚਾ ਪੜ੍ਹਨ ਲੱਗਦਾ। ਸਾਡੇ ਇੱਥੇ 2.5 ਸਾਲ ਦੇ ਨੂੰ ਭੇਜ ਦਿੰਦੇ ਨੇ। ਮੈਂ ਕਹਿੰਦਾ ਹੁੰਦਾ ਯਾਰ, ਆਹ ਬਚਪਨ ਜਿਹੜਾ ਇਹਨਾਂ ਦਾ, ਆਹ 2.5 ਸਾਲ ਤੋਂ ਲੈ ਕੇ ਇਹਨੇ 7-8 ਸਾਲ ਤੱਕ ਜਿਹੜਾ ਇਹਨੇ, ਉਹ ਬਚਪਨ ਦਾ ਇੱਕ ਆਨੰਦ ਹੈਗਾ। ਤੁਸੀਂ ਤਾਂ ਬਚਪਨ ਹੀ ਖੋਲਿਆ। ਸਾਡੇ ਐਜੂਕੇਸ਼ਨ ਸਿਸਟਮ ਨੇ, ਮੈਕਾਲੇ ਦੀਆਂ ਨੀਤੀਆਂ, ਜਿਹੜਾ ਸਾਡਾ ਸੋ ਕਾਲਡ ਬਹੁਤ ਹੀ ਵਧੀਆ ਐਜੂਕੇਸ਼ਨ ਸਿਸਟਮ ਜਿਹਨੂੰ ਕਿਹਾ ਜਾਂਦਾ, ਇਹਨੇ ਸਾਡਾ ਪੱਠਾ ਬਿਠਾ ਰਿਹਾ ਹੈ। ਇੱਕ ਬੱਚੇ ਦਾ ਤੁਸੀਂ ਬਚਪਨ ਹੀ ਖੋਲਿਆ। ਜਿਹੜੀ ਉਹਦੇ ਇਮੋਸ਼ਨਲ ਗਰੋਥ ਹੋਣੀ ਹੈ, ਬੱਚੇ 'ਚ ਇੱਕ ਇਮੋਸ਼ਨਲ ਗਰੋਥ ਹੋਊਗੀ, ਬੱਚੇ ਦੇ ਅੰਦਰ ਬਹੁਤ ਸਾਰੀ ਗਰੋਥ ਹੋਊਗੀ ਹਰ ਤਰ੍ਹਾਂ, ਹਰ ਪੱਖ ਤੋਂ। ਉਹ ਗਰੋਥ ਕਿਵੇਂ ਹੋਊਗੀ? ਜਦੋਂ ਤੁਸੀਂ, ਇੱਕ ਇਨੋਸੈਂਸ ਹੁੰਦੀ ਹੈਗੀ, ਉਹ ਇਨੋਸੈਂਸ ਹੀ ਖੋਲੋਗੇ ਤੁਸੀਂ। ਸਾਡੀ ਇਨੋਸੈਂਸ ਕਿਸੇ ਟਾਈਮ ਤੇ ਆ ਕੇ ਸਾਡੇ ਕੋਲੋਂ ਚਲੀ ਗਈ। ਹੁਣ ਵੀ ਅਸੀਂ ਬਹੁਤ ਸਾਰੀਆਂ ਗੱਲਾਂ 'ਚ ਇਨੋਸੈਂਟ ਹੁੰਨੇ ਹੈਗੇ, ਕਦੇ ਕਦੇ ਦਿਖਦੀ ਆ ਉਹ, ਪਰ ਜਦੋਂ ਅਸੀਂ ਛੋਟੇ ਹੁੰਦੇ ਸੀ ਹਰ ਗੱਲ 'ਚ ਇਨੋਸੈਂਸ ਹੁੰਦੀ ਸੀ, ਸਾਨੂੰ ਪਤਾ ਨਹੀਂ ਹੁੰਦਾ ਸੀ। ਬੱਚੇ ਕਈ ਵਾਰ ਤੁਹਾਨੂੰ ਸਵਾਲ ਕਰਦੇ ਆ, ਕਿੱਡੇ ਕਮਾਲ ਦੇ ਸਵਾਲ ਕਰਦੇ ਹੈਗੇ, ਕਿਸੇ ਫਿਲਾਸਫਰ ਨਾਲੋਂ ਵੀ ਵੱਡਾ ਸਵਾਲ ਕਰ ਦਿੰਦੇ ਨੇ ਉਹ। ਕਿਉਂ? ਕਿਉਂਕਿ ਉਹ ਰਾ ਨੇ, ਕਿਉਂਕਿ ਉਹਨਾਂ 'ਚ ਇਨੋਸੈਂਸ ਪਈ ਹੈ ਜੀ, ਮਾਸੂਮੀਅਤ ਹੈ ਉਹਨਾਂ ਦੇ ਵਿੱਚ। ਤੇ ਉਹ ਇਨੋਸੈਂਸ ਜਦੋਂ ਤੁਸੀਂ ਸਕੂਲਾਂ 'ਚ ਪਾ ਕੇ, ਹੋਰ ਪਾ ਕੇ, ਜਿਹੜਾ ਉਹਦਾ ਬਚਪਨ ਉਹ ਤਾਂ ਜਿਉਣ ਦਿਓ ਉਹਨੂੰ। ਫਿਨਲੈਂਡ ਦੁਨੀਆ ਦਾ ਸਭ ਤੋਂ ਖੁਸ਼ ਦੇਸ਼ ਕਿਉਂ ਆ? ਕਿਉਂਕਿ ਉੱਥੇ ਕੰਮ ਦੀ ਚੁਆਇਸ ਨੂੰ ਲੈ ਕੇ, ਐਜੂਕੇਸ਼ਨ ਹੈਲਥ ਨੂੰ ਲੈ ਕੇ, ਜਿਹੜਾ ਤੁਹਾਡੇ ਆਲੇ ਦੁਆਲੇ ਦੇ ਸਾਰੇ ਮਤਲਬ ਟੈਬੂਜ਼ ਨੇ, ਪ੍ਰੈਸ਼ਰ ਨੇ, ਉੱਥੇ ਨਹੀਂ ਹੈਗੇ। ਤੇ ਬੰਦਾ ਇਸ ਕਰਕੇ, ਕਿਉਂਕਿ ਬੱਚੇ ਵੀ ਛੋਟੇ ਉਮਰ ਦੇ ਵਿੱਚ ਹੁਣ ਮੋਬਾਈਲ ਤੇ ਲੱਗ ਜਾਂਦੇ ਨੇ, ਉਹ ਵੀ ਕਿਤੇ ਨਾ ਕਿਤੇ ਕਾਰਨ ਹੈ ਕਿ ਛੋਟੇ ਹੁੰਦੇ ਹੀ ਉਹਨਾਂ ਦੀ ਧਿਆਨ ਉਧਰ ਲੱਗ ਜਾਂਦਾ ਤੇ ਮਾਪੇ ਵੀ ਨਹੀਂ ਧਿਆਨ ਦਿੰਦੇ। ਮੈਂ ਜਦੋਂ ਕਹਿੰਦਾ ਇਹ ਗੱਲ ਇਸੇ ਕਰਕੇ ਕਹਿ ਰਿਹਾ ਨਾ ਕਿ ਤੁਹਾਡੇ ਬੱਚੇ, ਹੁਣ ਬੱਚੇ ਕੀ ਕਾਰਟੂਨਾਂ ਤੇ ਸਭ ਤੋਂ ਜ਼ਿਆਦਾ ਨੇ, ਤੁਹਾਡੇ ਬੱਚੇ ਤੁਹਾਡੇ ਕਿਉਂ ਨਹੀਂ ਆ? ਤੁਹਾਡੇ ਬੱਚੇ ਬਾਜ਼ਾਰ ਦੇ ਬੱਚੇ ਕਿਉਂ ਨੇ? ਜਦੋਂ ਇਹ ਗੱਲ ਕਹੀ ਜਾਂਦੀ ਹੈ, ਕਿਉਂਕਿ ਤੁਹਾਡੇ ਕੋਲ ਵੀ ਉਹ ਚੀਜ਼ਾਂ ਨੂੰ ਲੈ ਕੇ ਟਾਈਮ ਨਹੀਂ ਹੈਗਾ। ਕਿਉਂਕਿ ਇੱਕ ਮਾਡਲ ਇਹੋ ਜਿਹਾ ਬਣ ਗਿਆ। ਮੈਨੂੰ ਦੱਸੋ ਕਿ 24 ਘੰਟੇ ਤੁਸੀਂ ਕਮਾਉਣ ਤੇ ਕਰਦਾ ਕੀ ਹੈਗਾ? ਜਿਹੜਾ ਸਿਸਟਮ ਕੀ ਹੈਗਾ ਕਿ 24 ਘੰਟੇ ਤੁਸੀਂ ਕਮਾ ਕੇ ਤੁਹਾਡਾ ਕੀਤਾ ਜਿਹੜਾ ਤੁਸੀਂ ਕਮਾਉਂਦੇ ਹੋ, ਕਿਤੇ ਕਿਸੇ ਥਾਂ ਦੇ ਉੱਤੇ ਖਰਚ ਹੋ, ਤਾਂ ਕਿਤੇ ਕਿਸੇ ਆਨੰਦ 'ਚ ਬੈਠਾ ਬੰਦਾ, ਮਤਲਬ ਕਿਸੇ ਜੰਗਲ 'ਚ ਬੈਠਾ ਬੰਦਾ, ਕਿਸੇ ਵੀ ਥਾਂ ਦੇ ਉੱਤੇ ਬੈਠਾ ਬੰਦਾ ਜਿਹਦੀਆਂ ਲੋੜਾਂ ਬਹੁਤ ਥੋੜ੍ਹੀਆਂ ਹੋਣਗੀਆਂ, ਇੱਥੇ ਲੋੜਾਂ ਪੈਦਾ ਕਰ ਦਿੱਤੀਆਂ ਜਾਂਦੀਆਂ ਨੇ। ਜਿਹੜਾ ਇਹ ਪੂੰਜੀਵਾਦ ਆ, ਉਹ ਲੋੜਾਂ ਪੈਦਾ ਕਰਨ ਦਾ ਤੁਹਾਡੇ ਵਾਲੇ ਦੀ। ਤੁਹਾਨੂੰ ਛੋਟੀ ਗੱਡੀ ਦੀ ਲੋੜ ਆ, ਵੱਡੀ ਗੱਡੀ ਤੁਹਾਡੇ ਕੋਲ ਭੇਜ ਦੂ, ਕਿਸ਼ਤਾਂ 'ਤੇ ਲੈ ਲਓ ਜੀ। ਤੁਹਾਨੂੰ ਬੈਂਕ 'ਚੋਂ ਫੋਨ ਆਊਗਾ, ਯਾ ਲਓ ਜੀ ਲੋੜਾਂ ਵੱਧਦੀਆਂ, ਇੰਸਟਾਲਮੈਂਟ ਲੈ ਲਓ ਜੀ। ਸਟ੍ਰੈਸ ਵੀ ਵਧੂ ਉਹਦੇ ਨਾਲ। ਲੋੜਾਂ ਥੋੜ੍ਹੀ, ਸਟ੍ਰੈਸ, ਲੋੜਾਂ ਦੇ ਨਾਲ ਤੁਹਾਡਾ ਸਟ੍ਰੈਸ ਵਧੂਗਾ। ਆਮਦਨ ਤੁਹਾਡੀ ਥੋੜ੍ਹੀ, ਤੁਸੀਂ ਲੈ ਲੈਂਦੇ ਹੋ, ਕ੍ਰੈਡਿਟ ਕਾਰਡ ਲੈ ਲਓ ਜੀ। ਤਾਂ ਉਹ ਜਿਹੜੀਆਂ ਸਾਰੀਆਂ ਚੀਜ਼ਾਂ ਨੇ, ਉਹ ਮਾਡਲ ਆ ਜਿਹਦੇ 'ਚੋਂ ਬੰਦੇ ਦੇ ਜਿਹੜੇ ਕਮਾਏ ਹੋਏ ਪੈਸੇ ਉਹਦੀ ਜੇਬ 'ਚੋਂ ਕਢਾਉਣੇ ਆ। ਉਹ ਕਿਵੇਂ ਕਢਾਉਣੇ ਆ, ਉਹਨਾਂ ਕੋਲ ਪੂਰਾ ਮਾਡਲ ਆ। ਜਦੋਂ ਤੱਕ ਇਸ ਬਾਰੇ ਸਾਡੀ ਸਮਝ ਨਹੀਂ ਬਣਦੀ, ਜਦੋਂ ਤੱਕ ਥੱਲੜੇ ਲੈਵਲ 'ਤੇ, ਜ਼ਰੂਰੀ ਨਹੀਂ ਹੁੰਦਾ ਜਦੋਂ ਕਹਿੰਦੇ ਸਿਸਟਮ ਨੂੰ ਵੀ ਪੂਰਾ ਹੀ ਰੈਵੋਲੂਸ਼ਨ ਹੋ ਜਾਊਗਾ, ਉਹ ਜਦੋਂ ਹੋਣਾ ਹੋ ਜਾਊਗਾ। ਉਹ ਤੋਂ ਪਹਿਲਾਂ ਵੀ ਮਾਡਲ ਬਣਾਏ ਜਾ ਸਕਦੇ ਨੇ। ਉਹ ਤੋਂ ਪਹਿਲਾਂ ਵੀ ਮਾਡਲ ਹੁੰਦੇ ਨੇ ਜਿੱਥੇ ਬੰਦੇ ਵਧੀਆ ਤਰੀਕੇ ਨਾਲ ਰਹਿ ਸਕਦੇ ਨੇ, ਜਿੱਥੇ ਬੰਦੇ ਆਪਣੇ ਤਰੀਕੇ ਦੇ ਨਾਲ, ਯਾਨੀ ਇਸ ਗੱਲ 'ਤੇ ਤਾਂ ਕੋਈ ਨਹੀਂ ਤੁਹਾਡੀਆਂ ਲੋੜਾਂ ਨਾ ਵਧਣ, ਤਾਂ ਹੁਣ ਤੁਸੀਂ ਕੰਟਰੋਲ ਕਰਨਾ। ਇਹ ਤਾਂ ਹੈ ਨਹੀਂ ਗਾ ਕਿ ਤੁਹਾਡੇ ਦੇ ਉੱਤੇ, ਤਾਂ ਇਹ ਤਾਂ ਤੁਹਾਡੇ ਮਨ ਦੀਆਂ ਉਹ ਨੇ ਕਿ ਹਾਂ ਤੁਸੀਂ ਕੰਟਰੋਲ ਕਰ ਸਕਦੇ ਹੋ ਉਹਨਾਂ ਨੂੰ। ਜੇ ਨਹੀਂ ਕੰਟਰੋਲ ਕਰਨਾ ਤਾਂ ਫਿਰ ਉਸੇ ਦਾ। ਇਸ ਕਰਕੇ ਜ਼ਰੂਰੀ ਇਹ ਹੈਗਾ ਕਿ ਅਸੀਂ ਜਦੋਂ ਕਰੋਨਾ ਦੇ ਉੱਤੇ ਗੱਲ ਕਰ ਰਹੇ ਹਾਂ, ਜਦੋਂ ਤਮਾਮ ਗੱਲਾਂ ਦੇ ਉੱਤੇ ਸਾਡੇ ਗੱਲ ਕਰਨ ਦਾ ਮਤਲਬ ਇਹੀ ਸੀ। ਔਰ ਅਸੀਂ ਇਸ ਪ੍ਰੋਗਰਾਮ ਦੇ ਅੰਦਰ ਜਿਹੜਾ ਰਾਜਨੀਤੀ ਡੀਕੋਡ, ਹਰ ਗੱਲ ਦੀ ਇੱਕ ਰਾਜਨੀਤੀ, ਹਰ ਗੱਲ ਪਿੱਛੇ ਇੱਕ ਕਹਾਣੀ ਹੈਗੀ।
ਜਿਹੜੇ ਹਰ ਗੱਲ ਪਿੱਛੇ ਕਹਾਣੀਆਂ ਉਹੀ ਰਾਜਨੀਤੀ ਹੁੰਦੀ ਹੈ। ਰਾਜਨੀਤੀ ਦਾ ਮਤਲਬ ਇਹ ਨਹੀਂ ਹੁੰਦਾ, ਮੈਂ ਅਕਸਰ ਕਹਿਣਾ ਗਾ, ਰਾਜਨੀਤੀ ਤੇ ਹਰ ਬੰਦੇ ਦੀ ਵੀ ਹੁੰਦੀ ਹੈ, ਹਰ ਸਮਾਜ ਦੀ ਵੀ ਹੁੰਦੀ ਹੈ, ਸਟੇਟ ਦੀ ਵੀ ਹੁੰਦੀ ਹੈ। ਤੇ ਮਸਲਾ ਇਹ ਹੈਗਾ ਕਿ ਅਸੀਂ ਉਹਨੂੰ ਅੰਡਰਸਟੈਂਡ ਕਿਵੇਂ ਕਰਨਾ। ਜਦੋਂ ਤੱਕ ਅਸੀਂ ਅੰਡਰਸਟੈਂਡ ਨਹੀਂ, ਕਹਾਣੀ ਨੂੰ ਬਦਲਣ ਦੇ ਲਈ ਕਹਾਣੀ ਸਮਝ ਆਉਣੀ ਚਾਹੀਦੀ ਹੈ। ਜੇ ਤੁਹਾਨੂੰ ਕਹਾਣੀ ਸਮਝ ਨਹੀਂ ਆਉਂਦੀ, ਤੁਸੀਂ ਕਹਾਣੀ ਬਦਲ ਨਹੀਂ ਸਕਦੇ। ਕਹਾਣੀ ਬਦਲੋਗੇ ਉਦੋਂ, ਯਾਨੀ ਕਹਾਣੀਆਂ ਤੁਸੀਂ ਉਹਦੇ ਪੈਰਲਲ ਇੱਕ ਕਹਾਣੀ ਉਦੋਂ ਖੜੀ ਕਰੋਗੇ ਜਦੋਂ ਤੁਹਾਨੂੰ ਉਹ ਸਮਝ ਆ ਰਹੀ ਹੋ। ਇਸ ਕਰਕੇ ਜ਼ਰੂਰੀ ਇਹ ਆ ਕਿ ਅਸੀਂ ਜਿਵੇਂ ਇਹ ਮਹਾਮਾਰੀ ਦੇ ਉੱਤੇ ਜੀ ਵੈਕਸੀਨ ਆ ਜੂ ਜੀ, ਇਤਿਹਾਸ ਆ ਜੂ, ਉਹ ਹੋ ਰਹਿਣਾ, ਸਾਡਾ ਵੀ ਕੰਮ ਆ, ਅਸੀਂ ਵੀ ਖਬਰਾਂ ਦਿੰਦੇ ਰਹਾਂਗੇ। ਪਰ ਸਾਨੂੰ ਅੰਡਰਸਟੈਂਡ ਕਰਨ ਦੀ ਗੱਲ ਆ ਕਿ ਮਹਾਮਾਰੀਆਂ ਕਿਉਂ ਪੈਦਾ ਹੋ ਰਹੀਆਂ ਨੇ। ਮਹਾਮਾਰੀਆਂ ਪੈਦਾ ਨਾ ਹੋਣ, ਇਹਦੇ ਲਈ ਸਾਨੂੰ ਨੇਚਰ ਦੇ ਨਾਲ, ਕੁਦਰਤ ਦੇ ਨਾਲ ਇੱਕਮਿਕ ਹੋਣਾ ਪਊਗਾ, ਸਮਾਜ ਨਾਲ ਇੱਕਮਿਕ ਹੋਣਾ ਪਊਗਾ, ਔਰ ਸਾਰੇ ਉਹ ਸਪੋਰਟ ਸਿਸਟਮ ਜਿਹੜੀ ਪੂਰੀ ਬਾਇਓਲੋਜੀ ਦੇ ਨੇ, ਜਿਹੜੇ ਇੰਡੀਵਿਜੂਅਲ ਸਪੋਰਟ ਸਿਸਟਮ ਜਿਹੜੇ ਸਾਨੂੰ ਨਹੀਂ ਦਿਖਦੇ, ਉਹਨਾਂ ਦੀ ਕਦਰ ਕਰਨੀ ਪਊ। ਜਿੱਦਣ ਸਾਨੂੰ ਉਹਨਾਂ ਦੀ ਕਦਰ ਕਰਨੀ ਆ ਗਈ, ਉਦੋਂ ਅਸੀਂ ਫਿਰ ਇੰਨੇ ਜ਼ਿਆਦਾ ਲਾਲਚੀ ਨਹੀਂ ਹੋਵਾਂਗੇ, ਇੰਨੇ ਜ਼ਿਆਦਾ ਮੁਨਾਫਾ ਪ੍ਰਸਤ ਨਹੀਂ ਹੋਵਾਂਗੇ। 24 ਘੰਟੇ ਇਹ ਚੀਜ਼ਾਂ ਬਾਰੇ ਨਹੀਂ ਸੋਚਾਂਗੇ। ਠੀਕ ਆ, ਉਹ ਵੀ ਲਾਈਫ ਦਾ ਹਿੱਸਾ ਨੇ ਸਾਰੀਆਂ ਚੀਜ਼ਾਂ, ਪਰ ਜਦੋਂ ਅਸੀਂ ਥੋੜ੍ਹਾ ਟਾਈਮ ਵੀ ਜ਼ਿੰਦਗੀ ਦਾ 20% ਕੱਢ ਕੇ ਵੀ ਇਹਦੇ 'ਤੇ ਸੋਚਣ ਲੱਗ ਗਏ, ਤਾਂ ਓਬਵੀਅਸਲੀ ਉਹ ਸਾਡੀ ਜ਼ਿੰਦਗੀ ਦਾ ਮਾਡਲ ਬਦਲ ਗਿਆ, ਤਾਂ ਸਮਾਜ ਵੀ ਬਦਲੇਗਾ ਅਤੇ ਇਹ ਮਹਾਮਾਰੀਆਂ ਤੋਂ ਸਮਾਜ ਪੱਕੇ ਤੌਰ 'ਤੇ ਮੁਕਤ ਵੀ ਹੋਏਗਾ। ਇਹਨਾਂ ਨਾਲ ਲੜਨਾ ਬਹੁਤ, ਜੇ ਆ ਵੀ ਜਾਣਗੀਆਂ, ਇਹ ਨਹੀਂ ਕਿ ਨਹੀਂ ਆਉਂਦੀਆਂ, ਪਹਿਲਾਂ ਮਿਡੇਵਲ ਹਿਸਟਰੀ 'ਚ ਵੀ ਰਹੀਆਂ ਨੇ, ਪਰ ਉਹਨਾਂ ਨਾਲ ਲੜਨਾ ਸੌਖਾ ਹੋ ਜਾਊਗਾ। ਆਹ ਨਹੀਂ ਲੜਨਾ ਕਿ ਜਿਹਦੇ 'ਚ ਸਾਨੂੰ ਆਕਸੀਜਨ ਨਹੀਂ ਮਿਲਣਗੇ। ਮਤਲਬ ਕੁਦਰਤ ਦੀ ਦਿੱਤੀ ਹੋਈ ਨਿਆਮਤ ਤੁਹਾਡੇ ਕੋਲ ਨਹੀਂ ਹੈਗੀ, ਕੁਦਰਤ ਦੀ ਦਿੱਤੀ ਹੋਈ ਨਿਆਮਤ ਨੂੰ ਤੁਸੀਂ ਤਰਸ ਰਹੇ ਹੋ, ਇਦੋਂ ਵੱਡੀ ਗੱਲ ਕੀ ਹੋ ਸਕਦੀ ਹੈ। ਇਸ ਕਰਕੇ ਇਹ ਚੀਜ਼ਾਂ ਦੇ ਉੱਤੇ ਸਾਨੂੰ ਨੇਚਰ ਦੇ ਉੱਤੇ ਵੀ, ਹੋਰ ਚੀਜ਼ਾਂ ਦੇ ਉੱਤੇ ਵੀ ਕੰਮ ਕਰਨ ਦੀ ਲੋੜ ਹੈ। ਕੀ ਲੱਗਦਾ ਕਿ ਸਰਕਾਰਾਂ ਹੁਣ ਇਸ ਦੌਰ ਦੇ ਵਿੱਚੋਂ ਗੁਜ਼ਰ ਕੇ ਉਹਨਾਂ ਦੇ ਵਿਕਾਸ ਦਾ ਮਾਡਲ ਚੇਂਜ ਹੋ ਜਾਏਗਾ? ਬਹੁਤ ਔਖੀ ਗੱਲ ਹੈ ਇਹ ਬਹੁਤ ਹੀ, ਜਿਹੜਾ ਸਭ ਤੋਂ ਸਵਾਲ ਆਗਾ ਕਿ ਬਹੁਤ ਸਾਰਾ ਕੁਝ ਹੋਇਆ ਦੁਨੀਆ ਦੇ ਉੱਤੇ, ਦੁਨੀਆ ਦੇ ਬਹੁਤ ਸਾਰੇ ਮੁਲਕਾਂ ਦੇ ਅੰਦਰ ਸਮਾਜਵਾਦ ਆਇਆ, ਜਿੱਥੇ ਉੱਥੇ ਵੀ ਆਇਆ, ਉੱਥੇ ਵੀ ਕੋਈ ਨੇਚਰ ਨੂੰ ਲੈ ਕੇ, ਜੇ ਕਹੀਏ ਤੁਸੀਂ ਸੋਵੀਅਤ ਯੂਨੀਅਨ ਦਾ ਕੋਈ ਨੇਚਰ ਨੂੰ ਲੈ ਕੇ ਕੋਈ ਮਾਡਲ ਬਹੁਤ ਉਹ ਸੀਗਾ, ਉੱਥੇ ਵੀ ਨਹੀਂ ਸੀ ਉਦੋਂ, ਉਹ ਵੀ ਡਿਵੈਲਪਮੈਂਟ ਦੇ ਉਸੇ ਮਾਡਲ 'ਚ ਪਾਏ ਹੋਏ ਸੀਗੇ। ਜੀ ਤੁਸੀਂ ਆਹ ਭੇਲ ਜਿਹੜੀ ਸਾਡੇ ਹੈਗੀ ਹੈਵੀ ਇਲੈਕਟ੍ਰੀਕਲ ਲਿਮਟਿਡ, ਇਹ ਸਾਰੀਆਂ ਉਹ ਦੌਰ ਦੀਆਂ ਆਈਆਂ ਹੋਈਆਂ ਨੇ। ਇਸ ਕਰਕੇ ਇਹ ਤਾਂ ਹੁਣ ਜਦੋਂ ਤੱਕ ਇਹ ਨਹੀਂ ਸੋਚਿਆ ਜਾਂਦਾ, ਫਿਡਲ ਕਾਸਟਰੋ ਐਂਡ ਦੇ ਅੰਦਰ ਜਦੋਂ ਜਾਂਦੇ ਹੋਏ ਬਹੁਤ ਵੱਡੀ ਸਟੇਟਮੈਂਟ ਦੇ ਕੇ ਗਏ ਸੀਗੇ ਕਿ ਲੜਾਈ ਜਮਾਤੀ ਜਿਹੜੀਆਂ ਆਮ ਤੌਰ 'ਤੇ ਕਹੀਆਂ ਜਾਂਦਾ ਉਹ ਨਹੀਂ ਹੈਗੀਆਂ, ਲੜਾਈਆਂ ਨੇ ਨੇਚਰ ਨੂੰ ਸਾਨੂੰ ਸਭ ਤੋਂ ਮੁੱਖ ਤੌਰ 'ਤੇ ਰੱਖਣਾ ਪਊ, ਕੁਦਰਤ ਨੂੰ ਸਾਨੂੰ ਸਭ ਤੋਂ ਮੁੱਖ ਤੌਰ 'ਤੇ ਰੱਖਣਾ ਪਊਗਾ। ਇਸ ਕਰਕੇ ਜਿਹੜਾ ਵੀ ਮਾਡਲ, ਕਿਉਂਕਿ ਬੰਦਾ ਸਾਰਾ ਕੁਦਰਤ ਦਾ ਇੱਕ ਸਾਰਾ ਸਿਸਟਮ ਸਾਰਾ ਹੋਊਗਾ, ਜਦੋਂ ਤੱਕ ਉਹ ਕੁਦਰਤ ਦੇ ਨਾਲ ਇੱਕਮਿਕ ਨਹੀਂ ਹੁੰਦਾ, ਜਦੋਂ ਤੱਕ ਉਹ ਮਾਡਲ ਆ ਜਿਹੜਾ ਉਹ ਕੁਦਰਤ ਦੇ ਸੈਂਟਰ 'ਚ ਨਹੀਂ ਹੋਊ, ਕੁਦਰਤ ਉਹਦੇ ਸੈਂਟਰ 'ਚ ਨਹੀਂ ਹੋਊ, ਐਗਰੀਕਲਚਰ ਉਹਦੇ ਸੈਂਟਰ 'ਚ ਨਹੀਂ ਹੋਊ, ਮਨੁੱਖ ਉਹਦੇ ਸੈਂਟਰ 'ਚ ਨਹੀਂ ਹੋਊਗਾ, ਉਦੋਂ ਤੱਕ ਹੈ। ਅਤੇ ਇਹਨੂੰ ਬਦਲਣਾ, ਤੁਸੀਂ ਕਹਿੰਦੇ ਸਰਕਾਰਾਂ ਐ ਬਦਲ ਜਾਣਗੀਆਂ, ਦੁਨੀਆ ਭਰ ਦੀਆਂ ਸਰਕਾਰਾਂ ਸਿੱਖਦੀਆਂ ਤਾਂ ਹੈਗੀਆਂ ਨੇ। ਜਿਵੇਂ ਦੁਨੀਆ ਭਰ ਦੀਆਂ ਸਰਕਾਰਾਂ, ਪੂਰਾ ਯੂਰਪ, ਪੂਰਾ ਵੈਸਟ ਖਾਸ ਤੌਰ ਦੇ ਉੱਤੇ, ਜਿੱਥੋਂ ਗੱਲਾਂ ਚੱਲਦੀਆਂ ਨੇ ਥੱਲੇ ਆਪਣੇ ਤੱਕ ਪਹੁੰਚਦੀਆਂ ਨੇ, ਆਪਾਂ ਤਾਂ ਅਲਪ ਵਿਕਸਿਤ ਦੇਸ਼ ਕਹੇ ਜਾਂਦੇ, ਤੀਜੀ ਦੁਨੀਆ ਦੇ ਮੁਲਕ ਕਿਹਾ ਜਾਂਦਾ ਸਾਨੂੰ, ਏਸ਼ੀਆ ਦੇ ਅੰਦਰ ਬਹੁਤ ਸਾਰੇ ਮੁਲਕ ਨੇ। ਅਤੇ ਉਹਨਾਂ ਮੁਲਕਾਂ ਨੇ ਜਿਹੜੇ ਆਪਦੇ ਆਪ ਨੂੰ ਕਹਿੰਦੇ ਸੀ ਪ੍ਰਾਈਵੇਟ ਸਿਸਟਮ ਲਿਆਓ, ਜਨਤਕ ਜਿਹੜਾ ਸਿਹਤ ਸਿਸਟਮ ਸੀਗਾ ਉਹਨੂੰ ਖਤਮ ਕਰ ਦਿਓ, ਯਾਨੀ ਜਿਵੇਂ ਸਾਡੀਆਂ ਬੱਸਾਂ ਨੇ ਉਹ ਜਨਤਕ ਆ, ਸਰਕਾਰ ਦੇ ਹਸਪੀਟਲ ਨੇ, ਗਰੀਬ ਬੰਦਾ ਜਿਹੜੀ ਮੈਂ ਗੱਲ ਕਰ ਰਿਹਾ ਕਿੱਥੇ ਜਾਊਗਾ? ਗਰੀਬ ਬੰਦਾ ਸਰਕਾਰੀ ਸਕੂਲ 'ਚ ਪੜ੍ਹਨ ਜਾਊ। ਸਰਕਾਰੀ ਵੱਡੇ ਅਫਸਰ ਜਿਹੜੇ ਪਿਛਲੇ ਦੌਰ ਦੇ ਨੇ ਉਹ ਸਾਰੇ ਸਰਕਾਰੀ ਸਕੂਲਾਂ 'ਚ ਪੜ੍ਹ ਕੇ ਆਏ ਆ। ਜਦੋਂ ਤੱਕ ਤੁਸੀਂ ਉਹ ਸਿਸਟਮ ਨੂੰ ਨਹੀਂ ਬਣਾਓਗੇ, ਉੱਥੇ ਹੁਣ ਸਰਕਾਰਾਂ ਰੀਥਿੰਕ ਕਰ ਰਹੀਆਂ ਨੇ। ਇੰਗਲੈਂਡ ਦੇ ਅੰਦਰ ਬਹੁਤ ਸਾਰੀਆਂ ਥਾਵਾਂ 'ਤੇ ਸਰਕਾਰਾਂ ਨੇ ਜਨਤਕ ਖੇਤਰ 'ਚ ਹਿੱਸੇਦਾਰੀ ਵਧਾਈ, ਯਾਨੀ ਸਰਕਾਰੀ ਸਹੂਲਤਾਂ ਜਿਨ੍ਹਾਂ ਦੇ ਲਈ ਸਟੇਟ ਬਣੀ ਸੀ, ਵੀ ਭਾਈ ਵੈਲਫੇਅਰ ਲਈ ਸਟੇਟ ਬਣੀ ਆ, ਨਾ ਕਿ ਆਪਦੇ ਘਰ ਭਰਨ ਲਈ। ਆਪਣੇ ਲੀਡਰ ਤਾਂ ਆਪਦੇ ਘਰ ਭਰਨ ਲੱਗ ਗਏ ਜੀ। ਸਟੇਟ ਬਣੀ ਸੀ ਲੋਕਾਂ ਦੇ ਘਰ ਭਰਨ ਲਈ, ਲੋਕਾਂ ਦਾ ਫਾਇਦਾ ਕਰਨ ਲਈ, ਲੋਕਾਂ ਤੋਂ ਟੈਕਸ ਲੈ ਕੇ ਆਲੇ ਦੁਆਲੇ ਇਕੱਠਾ ਕਰਕੇ ਲੋਕਾਂ 'ਤੇ ਲਾ ਕੇ ਲੋਕਾਂ ਨੂੰ ਫਾਇਦੇ ਦੇਣ ਲਈ। ਇਹ ਸਾਰੇ ਲੀਡਰ ਨੇ ਜਿਹੜੇ ਆਪਦੇ ਘਰ ਭਰਨ ਲੱਗ ਗਏ, ਸਾਰੇ ਉਹ ਜਿਹੜੇ ਮਾਡਲ ਨੇ ਉਹ ਪੂੰਜੀਪਤੀਆਂ ਦੇ ਘਰ ਭਰਨ ਲੱਗ ਗਏ। ਤਾਂ ਹੁਣ ਦੁਨੀਆ ਭਰ 'ਚ ਬਹਿਸ ਚੱਲ ਰਹੀ ਹੈ, ਜਿਹੜਾ ਤੁਸੀਂ ਸਵਾਲ ਕੀਤਾ ਬੜਾ ਇੰਟਰਸਟਿੰਗ ਆ। ਦੁਨੀਆ ਭਰ 'ਚ ਚਰਚਾ ਜ਼ਰੂਰ ਚੱਲ ਰਹੀ ਹੈ, ਔਰ ਕੁਛ ਮੁਲਕਾਂ ਨੇ ਆਪਣੇ ਆਪ ਨੂੰ ਬਦਲਿਆ ਵੀ ਹੈਗਾ। ਕੁਛ ਮੁਲਕਾਂ ਨੇ ਆਪਣੇ ਆਪ ਨੂੰ ਜਿਹੜਾ ਜਨਤਕ ਖੇਤਰ 'ਚ ਲੈ ਕੇ ਆਏ ਨੇ, ਜਿਹੜੇ ਤੋਂ ਪਹਿਲਾਂ ਹਟ ਗਏ ਸੀ ਉਹ। ਕੁਛ ਮੁਲਕ ਨੇ ਜਿਹੜੇ ਦੁਨੀਆ ਦੇ, ਵੈਸਟ ਯੂਰਪ ਦੇ ਵੀ ਔਰ ਪੱਛਮ ਦੇ ਅੰਦਰ ਵੀ ਇਹ ਗੱਲ ਚੱਲ ਰਹੀ ਹੈਗੀ ਕਿ ਕਿਸ ਤਰੀਕੇ ਦੇ ਨਾਲ ਸਾਡਾ ਜਿਹੜਾ ਮਾਡਲ ਹੈ ਉਹ ਬਦਲਣਾ ਚਾਹੀਦਾ, ਜਿਸ 'ਚ ਨੇਚਰ ਵੀ ਬਚੇ। ਜਿਵੇਂ ਹੁਣ ਜਦੋਂ ਲੋਕਡਾਊਨ ਲੱਗਿਆ ਸੀ, ਗੱਲ ਕਹਿ ਨਹੀਂ ਸੀ ਪੂਰਾ ਆਸਮਾਨ ਕਿੰਨਾ ਸਾਫ਼ ਹੋ ਗਿਆ ਸੀ ਸਾਡਾ, ਬਿਲਕੁਲ। ਉਹ ਤਬਾਹੀ ਕਿਹਨੇ ਮਚਾਈ ਹੋਈ ਹੈ? ਅਸੀਂ ਮਚਾਈ ਹੈ। ਉਹ ਮੈਂ ਵੀ ਕਹਿੰਦਾ ਉਹ ਕੁਦਰਤ ਦਾ ਕਹਿਰ, ਥੋੜ੍ਹੀ ਜਿਹਾ ਮਨੁੱਖ ਦਾ ਕਹਿਰ ਆ। ਉਹ ਤਬਾਹੀ ਜਿਹੜੀ ਮਚਾਈ ਹੈ ਅਸੀਂ, ਉਹ ਤਬਾਹੀ ਤੋਂ ਜੇ ਬਚਣਾ ਤਾਂ ਸਾਨੂੰ ਸਾਰਿਆਂ ਨੂੰ, ਇਹ ਸਰਕਾਰਾਂ ਨੂੰ ਵੀ, ਜਿੱਥੇ ਰੀਥਿੰਕ ਹੋ ਰਿਹਾ, ਇਹਨੂੰ ਸੌਖਾ ਨਹੀਂ ਹੈਗਾ ਇਹ ਜਿਹੜਾ ਤੁਸੀਂ ਪੁੱਛ ਰਹੇ ਹੋ ਵੀ ਹੋ ਸਕਦਾ ਹੈ, ਇਹ ਬਹੁਤ ਔਖਾ ਹੈਗਾ, ਹੋਣਾ ਚਾਹੀਦਾ ਹੈਗਾ।
ਅਸੀਂ ਤਾਂ ਕਹਾਂਗੇ ਜ਼ਰੂਰ ਸਾਰੀਆਂ ਸਰਕਾਰਾਂ ਇਸ ਬਾਰੇ ਸੋਚਣ, ਔਰ ਪੰਜਾਬ ਦੀਆਂ, ਦੇਸ਼ ਦੀਆਂ ਸਾਰੀਆਂ ਸਰਕਾਰਾਂ ਆਪਦੇ ਕੇਂਦਰ 'ਚ ਮਨੁੱਖ ਨੂੰ ਰੱਖਣ, ਬੰਦੇ ਨੂੰ ਰੱਖਣ। ਉਹ ਬੰਦਾ ਕੋਈ ਐ ਨਹੀਂ ਕਿ ਉਹ ਬੰਦਾ ਅਡਾਨੀ ਹੈ ਜਾਂ ਅੰਬਾਨੀ ਹੈ, ਉਹ ਆਮ ਬੰਦੇ ਨੇ ਜਿਹੜੇ, ਉਹ ਨੇਚਰ ਆ ਜਿੱਥੇ ਉਹ ਤਬਾਹੀ ਕਰ ਰਹੇ ਨੇ। ਕਿਉਂਕਿ ਜਿਹੜਾ ਮੁਨਾਫੇਖੋਰ ਬੰਦਾ ਉਹਨੇ ਦੇਖਣਾ ਪਹਾੜ 'ਚ ਥੱਲੇ ਸੋਨਾ ਪਿਆ, ਪਹਾੜ 'ਚ ਥੱਲੇ ਪਹਿਲਾਂ ਵੀ ਤਾਂ ਹੈਗੇ ਸੀ, ਅਗਲੇ ਨੇ ਬਚਾ ਕੇ ਕਿਉਂ ਰੱਖੇ ਨੇਚਰ ਨੇ? ਤੁਸੀਂ ਰੂਲ ਵੀ ਬਣਾਤੇ, ਉਹਦੇ ਬਾਵਜੂਦ ਵੀ ਹੁਣ ਤੁਸੀਂ ਕਿਵੇਂ ਉਹ ਕਰ ਰਹੇ ਹੋ? ਜਿਹੜੇ ਪਹਾੜ ਦੇ ਥੱਲੇ ਕੁਛ ਹੈਗਾ ਗਾ, ਜਾਂ ਹੁਣ ਤਾਂ ਆਹ ਰੇਤਾ ਬਜਰੀ ਵਾਲਾ ਤੁਸੀਂ ਦੇਖ ਲਓ, ਰੇਤੇ ਤੇ ਕਿੱਡਾ ਆਟੇ ਨਾਲੋਂ ਮਹਿੰਗਾ ਹੋ ਗਿਆ ਸੀ ਪੰਜਾਬ 'ਚ ਕਹਿੰਦੇ ਰੇਤਾ। ਤਾਂ ਰੇਤ ਮਾਫੀਆ ਵੀ ਕਿਵੇਂ ਸਾਰੀ ਚੀਜ਼ ਨੂੰ ਤਬਾਹ ਕਰਦਾ ਗਾ। ਤਾਂ ਇਹ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਇਹਨਾਂ ਦੇ ਉੱਤੇ, ਜਦੋਂ ਤੱਕ ਤੁਸੀਂ ਉਹਨੂੰ ਆਪਦੇ ਸੈਂਟਰ 'ਚ ਦੇਖੋ, ਮੈਂ ਨਹੀਂ ਕਹਿੰਦਾ ਦੁਨੀਆ 'ਚ ਬਿਜ਼ਨਸ ਨਹੀਂ ਕਰਨੇ ਚਾਹੀਦੇ, ਕੋਈ ਕਹੇ ਵੀ ਇਹ ਤਾਂ ਜੀ ਬਿਜ਼ਨਸ ਦੇ ਹੀ ਖਿਲਾਫ ਨੇ, ਇਹ ਤਾਂ ਜੀ ਕਿਸੇ ਵੀ, ਉਹ ਆਪਣੀ ਥਾਂ ਦੇ ਉੱਤੇ ਰਹਿਣਗੇ। ਕੈਪੀਟਲਿਜ਼ਮ ਦੇ ਅੰਦਰ ਵੀ ਚੀਜ਼ਾਂ ਬਿਹਤਰ ਹੋ ਸਕਦੀਆਂ ਨੇ, ਉਹਨਾਂ ਨੂੰ ਕਰਨ ਦੇ ਲਈ ਸਰਕਾਰਾਂ ਨੂੰ, ਲੋਕਾਂ ਨੂੰ ਆਪਣੀ ਇੰਟਰਵੈਂਸ਼ਨ ਕਰਨੀ ਪਏਗੀ। ਚੀਜ਼ਾਂ ਠੀਕ ਕਰਨ ਦੇ ਲਈ ਆਪਦੀ ਇੰਟਰਵੈਂਸ਼ਨ ਕਰਨ, ਲੋਕ ਕੰਮ ਵੀ ਕਰਨ, ਪਰ ਧਿਆਨ ਇਹਨਾਂ ਚੀਜ਼ਾਂ ਦਾ। ਜੇ ਸਾਡਾ ਜਨਤਕ ਸਿਸਟਮ ਵੀ ਵਧੀਆ ਹੋ ਜੇ, ਸਿਹਤ ਦਾ, ਹੈਲਥ, ਐਜੂਕੇਸ਼ਨ, ਨੇਚਰ ਸਾਡੀ ਬਹੁਤ ਵਧੀਆ ਹੋ ਜੇ, ਤਾਂ ਵੀ ਸਮਾਜ ਬਹੁਤ ਵੱਡੀ ਤਬਦੀਲੀ ਵੱਧ ਸਕਦਾ ਹੈ। ਤਾਂ ਸਾਨੂੰ ਇਸ ਗੱਲ ਤੋਂ, ਕਰੋਨਾ ਤੋਂ ਇਹੀ ਸਬਕ ਲੈਣਾ ਚਾਹੀਦਾ ਹੈ ਕਿ ਸਾਨੂੰ ਕੁਦਰਤ ਦੇ ਨਾਲ ਇੱਕਮਿਕ ਹੋ ਕੇ ਰਹਿਣਾ ਚਾਹੀਦਾ ਹੈ, ਕਿਉਂਕਿ ਜੇਕਰ ਅਸੀਂ ਕੁਦਰਤ ਨੂੰ ਸਾਂਭਾਂਗੇ ਤਾਂ ਕੁਦਰਤ ਸਾਨੂੰ ਸੰਭਾਲੇਗੀ। ਜੇਕਰ ਅਸੀਂ ਕੁਦਰਤ ਦੇ ਨਾਲ ਖਿਲਵਾੜ ਕਰਾਂਗੇ ਤਾਂ ਮਨੁੱਖ ਨੂੰ ਉਸਦਾ ਨਤੀਜਾ ਭੁਗਤਣਾ ਪਵੇਗਾ। ਸਰਕਾਰਾਂ ਵੀ ਉਮੀਦ ਕਰਦੇ ਹਾਂ ਕਿ ਇਸ ਮਹਾਮਾਰੀ ਤੋਂ ਜ਼ਰੂਰ ਸਬਕ ਲੈਣਗੀਆਂ। ਕੱਲ ਡੀਕੋਡ ਪ੍ਰੋਗਰਾਮ ਦੇ ਜ਼ਰੀਏ ਮੁੜ ਤੋਂ ਤੁਹਾਡੇ ਨਾਲ ਨਵੇਂ ਵਿਸ਼ੇ ਤੇ ਗੱਲਬਾਤ ਕਰਾਂਗੇ। ਧੰਨਵਾਦ।